ਜਿਹੜੇ ਵੱਡੇ ਲੋਕ ਹੈਗੇ ਆ, ਜਿਹੜੇ ਵੱਡੇ ਸਿਆਸਤਦਾਨ ਆ, ਉਹ ਇੱਕ ਨਾਮ ਨੂੰ ਚੂਜ਼ ਕਰਦੇ ਸੀ ਅੰਦਰ ਏਸੀ ਕਮਰੇ 'ਚ ਬਹਿ ਕੇ, ਤੇ ਉਹਨਾਂ ਨੇ ਡਿਸਾਈਡ ਕਰਤਾ ਤੇ ਪਬਲਿਕ ਤੇ ਥੋਪਤਾ ਵੀ ਅਸੀਂ ਇਹ ਨਾਮ ਲੈ ਲਿਆ ਤੇ ਹੁਣ ਤੁਸੀਂ ਇਹ ਫਲਾਨੀ ਸਾਡੀ ਪਾਰਟੀ ਹੈ ਤੇ ਤੁਸੀਂ ਇਹਨੂੰ ਵੋਟ ਪਾ ਕੇ ਤੈਨੂੰ ਜਿਤਾਓ। ਲੋਕਾਂ ਦੀ ਚੋਇਸ ਦਾ ਨੁਮਾਇੰਦਾ ਸਰਕਾਰ ਨੂੰ ਪਸੰਦ ਨਹੀਂ ਆਇਆ, ਬੀਜੇਪੀ ਨੂੰ ਪਸੰਦ ਨਹੀਂ ਆਇਆ। ਤੇ ਮੈਂ ਇੰਨਾ ਜ਼ਰੂਰ ਕਿਹਾ ਸੀ ਵੀ ਅਗਰ ਤੁਹਾਨੂੰ ਲੱਗ ਰਿਹਾ ਮੇਰੀ ਕਾਬਲੀਅਤ, ਮੈਨੂੰ ਬੀਜੇਪੀ ਦੀ ਟਿਕਟ ਦੇ ਦਿਓ। ਜਿੱਥੇ ਬਾਕੀਆਂ ਨੇ ਅਪਲਾਈ ਕੀਤਾ ਤੇ ਮੈਂ ਵੀ ਅਪਲਾਈ ਕਰਤਾ। ਮੈਨੂੰ ਲੱਗਦਾ ਨਹੀਂ ਕਿ ਵਫਾਦਾਰ ਸਿਪਾਹੀ ਕਿਤੇ ਨਾ ਕਿਤੇ ਪਿੱਛੇ ਕਰਤਾ ਬੀਜੇਪੀ ਨੇ। ਉਹਨਾਂ ਨੇ ਟਿਕਟ ਆਲਰੇਡੀ ਡਿਸਾਈਡ ਕੀਤੀ ਸੀ ਤੇ ਮੈਂ ਫਿਰ ਆਪਣਾ ਚੁੱਪ ਕਰ ਗਿਆ, ਚਲੋ ਕੋਈ ਨਹੀਂ, ਕਿਉਂਕਿ ਮੈਂ ਬੀਜੇਪੀ ਤੋਂ ਇਲਾਵਾ ਕੁਝ ਸੋਚ ਨਹੀਂ ਸਕਦਾ। ਮੰਦਰ ਦੀ ਜ਼ਮੀਨ ਕਿਤੇ ਨਾ ਕਿਤੇ ਜਿਹੜੀ ਹੈ ਉਹ ਤੁਹਾਡੇ ਨਾਮ ਨਹੀਂ ਹੋ ਰਹੀ। ਕੀ ਲੱਗਦਾ ਕਿ ਸਰਕਾਰ ਨੇ ਫਾਈਲ ਰੋਕ ਲਈ ਜਾਂ ਵਫਾਦਾਰ ਸਿਪਾਹੀ ਹੋਣ ਦਾ ਕਿਤੇ ਨਾ ਕਿਤੇ ਖਾਮਿਆਜਾ ਭੁਗਤਣਾ ਪੈ ਰਿਹਾ? ਹੁਣ ਮੈਂ ਔਨ ਕੈਮਰਾ ਕੁਝ ਕਹਿਣਾ ਨਹੀਂ ਚਾਹ ਰਿਹਾ, ਪਰ ਦੇਖਿਆ ਜਾਵੇ ਪਿੱਛੇ ਬੜੇ ਪਲਾਟ ਮਿਲੇ ਆ। ਜਿਹੜੇ ਕਰੀਬੀ ਸੀਗੇ, ਕਹਿੰਦੇ ਕਰੀਬੀ ਵਾਲੇ ਜਿਹੜੇ ਨੇ ਕਾਫੀ ਕਰੀਮਾਂ ਖਾਂਦੇ ਨੇ, ਮੱਖਣ ਖਾਂਦੇ ਨੇ, ਕਿ ਕਰੀਬ ਮੱਖਣ ਜਿਹੜੇ ਕਰੀਬੀ ਸੀ ਉਹ ਮੱਖਣ ਖਾ ਗਏ। ਕਿ ਅਸੀਂ ਸਮਝਦੇ ਹਾਂ ਕਿ ਅਸੀਂ ਬਹੁਤ ਕਰੀਬ ਹੈਗੇ ਆ, ਪਰ ਅਸੀਂ ਹੈ ਨਹੀਂ ਇੰਨੇ ਕਰੀਬ, ਮੈਨੂੰ ਜੋ ਲੱਗ ਰਿਹਾ। ਕੋਈ ਫਾਇਦਾ ਨਹੀਂ ਹੋਇਆ ਮੁੱਖ ਮੰਤਰੀ ਦੇ ਨਾਲ ਨੇੜਤਾ ਰਹੀ, ਉਪਲਬਧੀਆਂ ਕਾਫੀ ਰਹੀਆਂ ਸਮਾਜ ਸੇਵਾ ਦੇ ਵਿੱਚ। ਕਦੀ ਮਹਿਸੂਸ ਨਹੀਂ ਹੁੰਦਾ ਕਿ ਯਾਰ ਕਾਸ਼ ਉਸ ਸਮੇਂ ਮੇਅਰ ਦੀ ਟਿਕਟ ਲੜ ਹੀ ਲੈਂਦਾ, ਨਾ ਹੀ ਸੁਣਦਾ ਇਹਨਾਂ ਦੀ। ਟਿਕਟ ਲੈਣੀ ਤਾਂ ਮੇਰੇ ਬਸ 'ਚ ਤਾਂ ਸੀਗੀ ਨਹੀਂ, ਟਿਕਟ ਤਾਂ ਇਹਨਾਂ ਨੇ ਦੇਣੀ ਸੀਗੀ, ਵੱਡੇ ਲੋਕਾਂ ਨੇ ਜਿਹਨਾਂ ਜਿਹੜੇ ਟਿਕਟ ਵੰਡਦੇ ਉਹਨਾਂ ਨੇ ਦੇਣੀ ਸੀ। ਕਿ ਬੀਜੇਪੀ ਤੋਂ ਮੰਗ ਕਰੋਗੇ, ਵਫਾਦਾਰ ਸਿਪਾਹੀ ਹੋ, ਮੰਗ ਕਰੋਗੇ ਮੈਨੂੰ ਟਿਕਟ ਦਿੱਤੀ ਜਾਵੇ, ਮੈਂ ਵਿਧਾਨ ਸਭਾ ਤੇ ਚੋਣ ਲੜਾਂ? ਜਿਹੜੇ ਸਿਪਾਹੀ ਲੱਗੇ ਹੋਏ ਆ ਅੱਖਾਂ ਮੀਚ ਕੇ, ਉਹ ਥੋੜਾ ਜਿਹਾ ਬੈਕਫੁੱਟ ਤੇ ਮਹਿਸੂਸ ਕਰਦੇ ਪਏ ਆ ਮੇਰੇ ਵਰਗੇ। ਜਿਹੜੇ 169 ਬੂਥ ਬਣੇ ਸੀਗੇ, 169 ਬੂਥ ਦਾ ਦੋ 3 ਦਿਨ ਦਾ ਖਾਣਾ 2500 ਬੰਦੇ ਦਾ ਸਾਡੇ ਲੰਗਰ ਤੋਂ ਬਣ ਕੇ ਜਾਂਦਾ ਸੀ। 2019 ਚ ਵੀ ਬਣ ਕੇ ਗਿਆ, ਮੇਅਰ ਇਲੈਕਸ਼ਨ ਚ ਵੀ ਬਣ ਕੇ ਗਿਆ, ਸਾਰੇ ਪੁਲਿਸ ਸਟੇਸ਼ਨ ਤੇ ਬਣ ਕੇ ਜਾਂਦਾ ਸੀ। ਮੈਨੂੰ ਕਿਸੇ ਨੇ ਇੱਕ ਵਾਰ ਵੀ ਕਿਤੇ ਵੀ ਇਨਵਾਈਟ ਨਹੀਂ ਕੀਤਾ। ਮੈਂ ਚਾਹ ਦਾ ਪਿਆਲਾ, ਮੈਨੂੰ ਅੱਜ ਇਹ ਨਹੀਂ ਪਤਾ ਸੀਐਮ ਸਾਹਿਬ ਦਾ ਗੇਟ ਕਿਹੜਾ ਹੈ ਤੇ ਸੀਐਮ ਸਾਹਿਬ ਦਾ ਗੇਟ ਕਿੱਥੇ ਖੁੱਲਦਾ ਔਰ ਕਿੱਦਾਂ ਅੰਦਰ ਜਾਈਦਾ, ਸਾਨੂੰ ਅੱਜ ਤੱਕ ਮੈਂ ਗਿਆ ਤੱਕ। ਜਿਹੜੇ ਲੋਕ ਜਿਵੇਂ ਕਾਂਗਰਸ ਛੱਡ ਕੇ ਆਏ ਆ ਉਹਨਾਂ ਨੂੰ ਅਹੁਦੇ ਮਿਲ ਗਏ, ਜਿਹੜੇ ਇਨੈਲੋ ਛੱਡ ਕੇ ਆਏ ਆ ਉਹਨਾਂ ਨੂੰ ਅਹੁਦੇ ਮਿਲ ਗਏ। ਕਦੀ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਛੱਡ ਕਮਲ ਦਾ ਫੁੱਲ ਤੇ ਕਿਤੇ ਹੋਰ ਚੱਲੀਏ, ਭਾਵੇਂ ਪੰਜੇ ਦਾ ਹੱਥ ਫੜ ਲਈਏ, ਭਾਵੇਂ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਈਏ? ਕਿਤੇ ਅਨਿਲ ਥਾਪਰ ਦੇ ਨਾਲ ਧੱਕਾ ਤਾਂ ਨਹੀਂ ਹੋ ਰਿਹਾ? ਕਿਉਂਕਿ ਪਹਿਲਾਂ ਮੇੜ ਦੀ ਟਿਕਟ ਦੇ ਵਿੱਚ ਬਿਠਾ ਦੇਣਾ ਅਨਿਲ ਥਾਪਰ ਨੂੰ, ਉਸ ਤੋਂ ਪੋਲੀਟੀਕਲ ਕੋਈ ਸਪੋਰਟ ਨਹੀਂ ਕਰਨਾ ਵਫਾਦਾਰ ਸਿਪਾਹੀ ਨੂੰ। ਲੱਗਦਾ ਨਹੀਂ ਕਿ ਅਨਿਲ ਥਾਪਰ ਨਾਲ ਧੱਕਾ ਹੋ ਰਿਹਾ? ਸਤਿ ਸ਼੍ਰੀ ਅਕਾਲ, ਔਨ 에ਅਰ ਵੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ। ਅੱਜ ਮੇਰੇ ਨਾਲ ਖਾਸ ਮਹਿਮਾਨ ਮੌਜੂਦ ਨੇ। ਖਾਸ ਮਹਿਮਾਨ ਸਮਾਜ ਸੇਵਾ ਦੇ ਨਾਲ ਤਾਲੁਕ ਰੱਖਦੇ ਨੇ। ਅਨਿਲ ਥਾਪਰ ਮੇਰੇ ਨਾਲ ਮੌਜੂਦ ਨੇ, ਹਰਿਆਣਾ ਦੇ ਵਿੱਚ ਕਾਫੀ ਐਕਟਿਵ ਰਹਿੰਦੇ ਨੇ, ਪੰਚਕੂਲਾ ਦੇ ਵਿੱਚ ਜਿਹੜੇ ਸਥਿਤ ਜਿਹੜੀ ਹੈ ਸਾਈਂ ਜੀ ਦੀ ਪਾਠਸ਼ਾਲਾ ਵੀ ਚਲਾਉਂਦੇ ਨੇ ਔਰ ਲੋੜਵੰਦਾਂ ਨੂੰ ਜਿਹੜੀ ਟਰਾਈਸਾਈਕਲ ਤੱਕ ਮੁਹੱਈਆ ਕਰਾ ਦਿੰਦੇ ਨੇ। ਔਰ ਸਮਾਜ ਸੇਵਾ ਦੇ ਵਿੱਚ ਅਗਰ ਕਿਸੇ ਨੂੰ ਵੀ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਤੇ ਮੁਹੱਈਆ ਕਰਾਉਣ ਦੇ ਵਿੱਚ ਅਨਿਲ ਥਾਪਰ ਕਦੀ ਵੀ ਪਿੱਛੇ ਨਹੀਂ ਹਟਦੇ, ਭਾਵੇਂ ਉਹ ਕਰੋਨਾ ਦਾ ਦੌਰ ਹੋਵੇ, ਭਾਵੇਂ ਉਹ ਕਈ ਦੌਰ ਜਿਹੜੇ ਨੇ ਅਗਰ ਲੋਕਾਂ ਦੇ ਉੱਪਰ ਬੀਤਦੇ ਨੇ ਤੇ ਉਹਦੇ ਲਈ ਹਮੇਸ਼ਾ ਅਨਿਲ ਥਾਪਰ ਖੜੇ ਹੋਏ ਨਜ਼ਰ ਆਉਂਦੇ ਨੇ। ਅਨਿਲ ਥਾਪਰ ਦਾ ਇੱਕ ਪੋਲੀਟੀਕਲ ਐਂਗਲ ਵੀ ਹੈ। ਅੱਜ ਪੋਲੀਟੀਕਲ ਐਂਗਲ ਤੇ ਅਨਿਲ ਥਾਪਰ ਦੇ ਨਾਲ ਚਰਚਾ ਕਰਾਂਗੇ। ਅਨਿਲ ਥਾਪਰ ਮੇਰੇ ਨਾਲ ਮੌਜੂਦ ਨੇ। ਅਨਿਲ ਥਾਪਰ ਨੇ ਕਈ ਰਿਕਾਰਡ ਵੀ ਆਪਣੇ ਨਾਮ ਕੀਤੇ ਨੇ, ਕਈ ਸਰਟੀਫਿਕੇਟਸ ਜਿਹੜੇ ਨੇ ਆਪਣੇ ਨਾਮ ਕੀਤੇ ਨੇ, ਸਮਾਜ ਸੇਵਾ ਦੇ ਵਿੱਚ ਇੱਕ ਵੱਡਾ ਨਾਮ ਵੀ ਨੇ ਔਰ ਪੋਲੀਟੀਕਲ ਜਿਹੜਾ ਐਕਟਿਵ ਕਿਤੇ ਨਾ ਕਿਤੇ ਜ਼ਰੂਰ ਕਦੀ ਨਜ਼ਰ ਆਉਂਦੇ ਨੇ। ਔਰ 2020 ਦੇ ਜੇਕਰ ਮੇਅਰ ਦੇ ਚੋਣ ਦੀ ਗੱਲ ਕੀਤੀ ਜਾਵੇ ਤੇ ਪੰਚਕੂਲਾ ਦੇ ਵਿੱਚ ਚਰਚਾ ਦੇ ਵਿੱਚ ਵੀ ਨਾਮ ਜਿਹੜਾ ਉਹ ਅਨਿਲ ਥਾਪਰ ਦਾ ਰਿਹਾ। ਅਨਿਲ ਥਾਪਰ ਮੇਰੇ ਨਾਲ ਮੌਜੂਦ ਨੇ। ਥਾਪਰ ਸਾਹਿਬ, ਚਰਚਾ ਦੇ ਵਿੱਚ ਨਾਮ ਰਹਿਣਾ ਮੇਅਰ ਦੀ ਕੁਰਸੀ ਦੇ ਲਈ ਔਰ ਉਸ ਤੋਂ ਬਾਅਦ ਪੋਲੀਟੀਕਲ ਐਂਗਲ ਕਿਤੇ ਨਾ ਕਿਤੇ ਪਲਟ ਕੇ ਸਮਾਜ ਸੇਵਕ ਵੱਲ ਚਲੇ ਜਾਣਾ, ਕੀ ਵਿਸ਼ਵਾਸ ਪੋਲੀਟੀਕਲ ਐਂਗਲ ਤੇ ਨਹੀਂ ਹੈ ਜਾਂ ਸਮਾਜ ਸੇਵਾ ਤੇ ਜ਼ਿਆਦਾ ਵਿਸ਼ਵਾਸ ਹੈ? ਨਹੀਂ, ਸਮਾਜ ਸੇਵਾ ਤਾਂ ਮੇਰਾ ਜੀ ਧਰਮ ਹੈ, ਉਹ ਤਾਂ ਮੇਰੇ ਜੀਨਸ ਦੇ ਵਿੱਚ ਹੈ। ਮੈਂ ਤਾਂ ਇੰਨੇ ਸਾਲਾਂ ਤੋਂ, ਸਾਡੀ ਜਿਹੜੀ ਸ਼ੇਡੀ ਸਾਈਂ ਸੇਵਾ ਸਮਾਜ ਹੈ, ਸਾਡੀ 89 ਦੀ ਰਜਿਸਟਰਡ ਸੰਸਥਾ ਹੈ, ਅਸੀਂ ਉਹ ਤੱਕ ਸੇਵਾ ਕਰਦੇ ਹੀ ਆ ਰਹੇ ਹਾਂ। ਜਿਹੜੀ ਤੁਸੀਂ ਗੱਲ ਛੇੜੀ ਹੈ ਦਮਨ ਜੀ ਮੇਅਰ ਵਾਲੀ ਇਲੈਕਸ਼ਨ ਦੀ, ਉਹ ਇਦਾਂ ਹੋਇਆ ਸੀਗਾ ਕਿ ਕਿਉਂਕਿ ਇਸ ਵਾਰ ਜਿਹੜੇ ਇਲੈਕਸ਼ਨ ਹੋਣੇ ਸੀਗੇ ਉਹ ਪਬਲਿਕ ਨੇ ਨੁਮਾਇੰਦਾ ਚੁਣਨਾ ਸੀ। ਜੇ ਪਬਲਿਕ, ਮੇਰੇ ਕਰੀਬ 2.5 ਤੋਂ 3 ਲੱਖ ਮੈਂਬਰ ਹੈਗੇ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਟਰਾਈ ਸਿਟੀ ਦੇ, ਤੇ 70 ਤੋਂ 80 ਹਜ਼ਾਰ ਮੈਂਬਰ ਹੈਗਾ ਜਿਹੜਾ ਪੰਚਕੂਲੇ ਦਾ ਮੇਰੇ ਨਾਲ ਜੁੜਿਆ ਹੋਇਆ। ਤੇ ਉਹ ਮੈਂਬਰਾਂ ਨੇ ਸਾਰੇ ਨੇ ਕਿਹਾ ਕਿ ਜਦ ਅਸੀਂ ਹੀ ਚੁਣਨਾ ਹੈ ਫਿਰ ਅਸੀਂ ਕਿਉਂ ਨਾ ਆਪਣਾ ਚੁਣੀਏ।
ਇੱਕ ਸਿਸਟਮ ਚੱਲਿਆ ਸੀ ਪਹਿਲਾਂ, ਜਿਹੜੇ ਵੱਡੇ ਲੋਕ ਹੈਗੇ ਆ, ਜਿਹੜੇ ਵੱਡੇ ਸਿਆਸਤਦਾਨ ਆ, ਉਹ ਇੱਕ ਨਾਮ ਨੂੰ ਚੂਜ਼ ਕਰਦੇ ਸੀ ਅੰਦਰ ਏਸੀ ਕਮਰੇ 'ਚ ਬਹਿ ਕੇ, ਤੇ ਉਹਨਾਂ ਨੇ ਡਿਸਾਈਡ ਕਰਤਾ ਤੇ ਪਬਲਿਕ ਤੇ ਥੋਪਤਾ ਵੀ ਅਸੀਂ ਇਹ ਨਾਮ ਲੈ ਲਿਆ ਤੇ ਹੁਣ ਤੁਸੀਂ ਇਹ ਫਲਾਨੀ ਸਾਡੀ ਪਾਰਟੀ ਹੈ ਤੇ ਤੁਸੀਂ ਇਹਨੂੰ ਵੋਟ ਪਾ ਕੇ ਤੈਨੂੰ ਜਿਤਾਓ। ਉਹ ਤਾਂ ਆਲਰੇਡੀ, ਹੁਣ ਇਸ ਵਾਰ ਕੀ ਕਰਨਾ ਸੀ, ਪਬਲਿਕ ਨੇ ਚੁਣਨਾ ਸੀ ਆਪ, ਤੇ ਪਬਲਿਕ ਨੇ ਚੁਣਨਾ ਸੀ ਵੋਟ ਪਾ ਕੇ, ਨਾ ਤਾਂ ਪਹਿਲਾਂ ਤਾਂ ਕਾਰਪੋਰੇਟਰ ਜਿਹੜੇ ਜਿੱਤਦੇ ਸੀ ਉਹ ਚੁਣਦੇ ਸੀ। ਤੋ ਇਸ ਕਰਕੇ ਫਿਰ ਮੇਰੇ 15 ਤੋਂ 20 ਹਜ਼ਾਰ ਲੋਕਾਂ ਨੇ ਸਿਗਨੇਚਰ ਕੰਪੇਨ ਚਲਾ ਕੇ ਇੱਕ ਸਾਰਾ ਆਪਣਾ ਐਡਰੈਸ, ਟੈਲੀਫੋਨ ਨੰਬਰ, ਮੋਬਾਈਲ ਨੰਬਰ ਸਾਰਾ ਲਿਖ ਕੇ ਭੇਜਿਆ, ਜਿਹੜੀ ਕਿ ਕਾਪੀ ਬੀਜੇਪੀ ਹੈੱਡ ਆਫਿਸ ਵੀ ਗਈ, ਬੀਜੇਪੀ ਦੇ ਅਜੇ ਸ਼ਰਮਾ ਜੀ ਪ੍ਰਧਾਨ ਹੈ ਉਹਨਾਂ ਕੋਲ ਵੀ ਗਈ, ਗਿਆਨਚੰਦ ਗੁਪਤਾ ਜੀ ਸਪੀਕਰ ਸਾਹਿਬ ਕੋਲ ਵੀ ਗਈ, ਸੀਐਮ ਹਾਊਸ ਵੀ ਗਈ, ਤੇ ਉਹਨਾਂ ਨੇ ਕੰਸੀਡਰ ਵੀ ਕੀਤਾ। ਤੋ ਉਸ ਵੇਲੇ ਇਸ ਲਈ ਮੇਰਾ ਨਾਮ ਚੱਲਿਆ ਸੀ ਕਿ ਚਲੋ ਸਾਰੇ ਲੋਕ ਕਹਿੰਦੇ ਕਿ ਜਦ ਅਸੀਂ ਚੁਣਨਾ ਹੀ ਅਸੀਂ ਹੈ ਤੇ ਕਿਉਂ ਨਾ ਆਪਣੀ ਚੋਇਸ ਦਾ ਬੰਦਾ ਅਸੀਂ ਚੁਣੀਏ। ਲੋਕਾਂ ਦੀ ਚੋਇਸ ਦਾ ਨੁਮਾਇੰਦਾ ਸਰਕਾਰ ਨੂੰ ਪਸੰਦ ਨਹੀਂ ਆਇਆ, ਬੀਜੇਪੀ ਨੂੰ ਪਸੰਦ ਨਹੀਂ ਆਇਆ, ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਲੋਕ ਪਸੰਦ ਕਰਦੇ ਨੇ, ਕਿ ਉਹ ਪਸੰਦ ਨਹੀਂ ਆਇਆ? ਨਹੀਂ, ਉਹਨਾਂ ਨੂੰ ਵੀ ਪਸੰਦ ਆਇਆ, ਮੇਰਾ ਨਾਮ ਵੀ ਸ਼ਾਰਟ ਲਿਸਟ ਸੀਗਾ, ਲੇਕਿਨ ਕੁਝ ਪੋਲੀਟੀਕਲ ਗੱਲਾਂ ਹੋਣਗੀਆਂ, ਕਿਉਂਕਿ ਅਸੀਂ ਕਾਰਨ ਕੀ ਲੱਗਦਾ, ਕਿਉਂ ਇਸ ਚੀਜ਼ ਦਾ ਕਾਰਨ ਕਿਉਂ ਹੈ ਕਿ ਟਿਕਟ ਦੇ ਵਿੱਚ ਨਾਮ ਰਹਿਣਾ, ਚਰਚਾ ਦੇ ਵਿੱਚ ਰਹਿਣਾ? ਲੋਕ ਤੇ ਚਾਹੁੰਦੇ ਨੇ ਜਿਹੜਾ ਸਮਾਜ ਸੇਵਕ ਹੈ ਉਹ ਅੱਗੇ ਆਵੇ, ਕਿਉਂਕਿ ਉਹ ਸਮਾਜ ਦੀ ਸੇਵਾ ਚੰਗੀ ਤਰੀਕੇ ਦੇ ਨਾਲ ਕਰ ਪਾਊਗਾ। ਮੇਬੀ ਮੇਰੀ ਕੋਈ ਰਾਜਨੀਤਿਕ ਕਮੀ ਲੱਗੀ ਹੋਏਗੀ, ਮੇਰੀ ਸਮਾਜ ਸੇਵਾ ਜ਼ਿਆਦਾ ਲੱਗੀ ਹੋਏਗੀ। ਮੇਰੇ ਕੋਲ ਜਦੋਂ ਫਾਈਨਲ ਹੋਇਆ ਸੀ, ਇੱਕ ਦਿਨ ਰਹਿ ਗਿਆ ਸੀਗਾ ਡੇਟ ਉਹਨੂੰ ਡਿਸਾਈਡ ਕਰਨ ਨੂੰ ਨਾਮ, ਤੋ ਜਦੋਂ ਕੁਲਭੂਸ਼ਣ ਜੀ ਦਾ ਨਾਮ ਡਿਸਾਈਡ ਹੋਇਆ ਤੇ ਇਹਨਾਂ ਨੂੰ ਲੱਗਿਆ ਕਿ ਮੈਂ ਸ਼ਾਇਦ ਇੰਡੀਪੈਂਡੈਂਟ ਨਾਲ ਲੜਾਂ, ਤੇ ਮੇਰੇ ਕੋਲ ਫਿਰ ਘਰ ਮਾਨਨੀय ਗਿਆਨਚੰਦ ਗੁਪਤਾ ਜੀ, ਰਤਨ ਲਾਲ ਕਟਾਰੀਆ ਜੀ, ਬੰਤੋ ਕਟਾਰੀਆ ਜੀ, ਕੁਲਭੂਸ਼ਣ ਜੀ, ਕੁਸਮ ਗੁਪਤਾ ਜੀ, ਆਪਣਾ ਵਰਿੰਦਰ ਗਰਗ, ਵਰਿੰਦਰ ਰਾਣਾ ਜੀ, ਆਪਣਾ ਕੈਪਟਨ ਅਭਿਮਨਿਊ ਜੀ, ਔਰ ਤੁਹਾਡੇ ਇਹਨਾਂ ਦਾ ਸਾਰੇ ਮੇਰੇ ਕੋਲ ਜਿਵੇਂ ਆਏ ਮੇਰੇ ਕੋਲ ਮਿਲਣ ਘਰ, ਤੇ ਆ ਕੇ ਮੇਰੇ ਕੋਲ ਬੈਠ ਕੇ ਗੱਲਾਂ ਗੁੱਲਾਂ ਹੋਈਆਂ, ਤੇ ਉਹਨਾਂ ਨੇ ਕਿਹਾ ਕਿ ਮੈਂ ਉਹ ਇਸ਼ਾਰਾ ਸਮਝ ਗਿਆ ਕਿ ਜੇ ਸਾਰੇ ਆਏ ਆ ਤੇ ਮੈਨੂੰ ਤਾਂ ਐਂ ਲੱਗਣ ਲੱਗ ਗਿਆ ਕਿ ਉਦੋਂ ਮੈਂ ਤਾਂ ਬਣ ਹੀ ਗਿਆ ਕਿ ਜੇ ਮੇਰੇ ਕੋਲ ਹੀ ਸਾਰੇ ਆ ਗਏ ਇੱਥੇ। ਤੇ ਕਿਉਂਕਿ ਮੈਂ ਜਮਾਂਦਰੂ ਬੀਜੇਪੀ ਦਾ ਤੇ ਮੈਂ ਬੀਜੇਪੀ ਨੂੰ ਛੱਡ ਕੇ ਕਿਤੇ ਜਾ ਨਹੀਂ ਸਕਦਾ, ਤੇ ਮੈਂ ਇੰਨਾ ਜ਼ਰੂਰ ਕਿਹਾ ਸੀ ਵੀ ਅਗਰ ਤੁਹਾਨੂੰ ਲੱਗ ਰਿਹਾ ਮੇਰੀ ਕਾਬਲੀਅਤ, ਮੈਨੂੰ ਬੀਜੇਪੀ ਦੀ ਟਿਕਟ ਦੇ ਦਿਓ, ਜਿੱਥੇ ਬਾਕੀਆਂ ਨੇ ਅਪਲਾਈ ਕੀਤਾ ਤੇ ਮੈਂ ਵੀ ਅਪਲਾਈ ਕਰਤਾ। ਅਗਰ ਤੁਹਾਨੂੰ ਨਹੀਂ ਹੈ ਤੇ ਉਹਨਾਂ ਨੂੰ ਥੋੜਾ ਜਿਹਾ ਹੈਜ਼ਿਟੇਸ਼ਨ ਸੀਗੀ, ਤੇ ਉਹਨਾਂ ਨੇ ਟਿਕਟ ਆਲਰੇਡੀ ਡਿਸਾਈਡ ਕੀਤੀ ਸੀ, ਤੇ ਮੈਂ ਫਿਰ ਆਪਣਾ ਚੁੱਪ ਕਰ ਗਿਆ, ਚਲੋ ਕੋਈ ਨਹੀਂ, ਕਿਉਂਕਿ ਮੈਂ ਬੀਜੇਪੀ ਤੋਂ ਇਲਾਵਾ ਕੁਝ ਸੋਚ ਨਹੀਂ ਸਕਦਾ। ਜਦਕਿ ਮੇਰੇ ਕੋਲ ਉਹਦੇ ਦੌਰਾਨ ਜਦੋਂ ਡਿਸਾਈਡ ਹੋਇਆ ਏਸੀ ਕਮਰੇ ਦੇ ਵਿੱਚ, ਜਿੱਥੇ ਸਾਰੀ ਬੀਜੇਪੀ ਦੀ ਟੀਮ ਆਈ ਸੀ, ਪੂਰੀ ਸਰਕਾਰ, ਉਸੀ ਦੇ ਵਿੱਚ ਹਾਲਾਂਕਿ ਸੀਐਮ ਸਾਹਿਬ ਦੀ ਇੱਕੋ ਰੈਲੀ ਹੋਈ ਹੈ ਮੇਅਰ ਦੇ ਇਲੈਕਸ਼ਨਾਂ ਲਈ, ਇੱਕੋ ਰੈਲੀ ਹੋਈ, ਉਹ ਵੀ ਮੇਰੇ ਹੀ ਇੱਥੇ ਹੋਈ ਹੈ, ਮੇਰੀ 5 ਵਾਲੇ ਸ਼ੋਰੂਮ ਦੇ ਅੱਗੇ 5 ਸੈਕਟਰ 'ਚ ਹੋਈ ਹੈ, ਬੜੀ ਵੱਡੀ ਧੂਮਧਾਮ ਨਾਲ ਅਸੀਂ ਰੈਲੀ ਕੀਤੀ ਸੀ। ਤੇ ਜਦੋਂ ਉਸ ਤੋਂ ਬਾਅਦ ਆਪ ਵਾਲੇ, ਉਸ ਤੋਂ ਬਾਅਦ ਕਾਂਗਰਸ ਵਾਲੇ, ਉਸ ਤੋਂ ਬਾਅਦ ਇਹ ਨਾਲ ਸਾਰੇ ਮੇਰੇ ਕੋਲ ਆਏ ਆ ਜੀ, ਸਾਰੇ ਰਾਤੀ 2-2 ਵਜੇ ਤੱਕ ਬੈਠਦੇ ਸੀ ਵੀ ਤੁਸੀਂ ਸਾਨੂੰ ਸਪੋਰਟ ਕਰੋ ਜਾਂ ਸਾਡੇ ਨਾਲ ਉਹ ਕਰੋ। ਮੈਂ ਦੇਖੋ, ਮੈਂ ਕੋਈ ਵੀ ਕੁਝ ਵੀ ਹੋ ਜਾਵੇ, ਅਗਰ ਮੈਂ ਕਿਤੇ ਵੀ ਕਦੇ ਵੀ ਰਾਜਨੀਤੀ ਚ ਆਵਾਂਗਾ ਜਾਂ ਕੋਈ ਮੈਨੂੰ ਮੇਰੇ ਵੈਲ ਵਿਸ਼ਰ ਲਿਆਣਗੇ, ਤੇ ਮੈਂ ਬੀਜੇਪੀ ਦਾ ਇੱਕ ਨੁਮਾਇੰਦਾ ਹਾਂ, ਕਿਉਂਕਿ ਮੇਰੇ ਫਾਦਰ ਜਨਸੰਘੀ ਸੀਗੇ। ਮੈਂ 1966-67 ਦੇ ਵਿੱਚ ਜਨਸੰਘ ਦੇ ਜਿਹੜੇ ਬਿੱਲੇ ਹੁੰਦੇ ਸੀਗੇ, ਇਹਨਾਂ ਦਾ ਬੈਚ ਹੁੰਦਾ ਸੀਗਾ ਦੀਵਾ, ਤੇ ਉਹ ਮੈਂ ਬਣਾਉਂਦਾ ਹੁੰਦਾ ਸੀਗਾ, ਬਣਾ ਕੇ ਮਸ਼ੀਨ 'ਚ ਰਾਤੀ ਬਣਾਣੇ, ਸਵੇਰੇ ਮੈਂ ਲੋਕਾਂ ਦੇ ਘਰਾਂ 'ਚ ਵੱਢਣ ਜਾਂਦਾ। ਫਿਰ ਲੱਗਦਾ ਨਹੀਂ ਕਿ ਵਫਾਦਾਰ ਸਿਪਾਹੀ ਕਿਤੇ ਨਾ ਕਿਤੇ ਪਿੱਛੇ ਕਰਤਾ ਬੀਜੇਪੀ ਨੇ? ਨਹੀਂ, ਐਸਾ ਨਹੀਂ ਮੈਂ ਕਦੇ ਵੀ ਕਹਾਂਗਾ, ਕਿਉਂਕਿ ਦੇਖੋ ਅੱਜ ਦੀ ਡੇਟ 'ਚ ਸੀਐਮ ਸਾਹਿਬ ਜਾਂ ਸਪੀਕਰ ਸਾਹਿਬ, ਗਵਰਨਰ ਸਾਹਿਬ, ਅਸੀਂ ਕੋਈ ਵੀ ਆਪਣਾ ਫੋਨ ਕਰਦੇ ਆ ਜਾਂ ਕੋਈ ਵੀ ਚੀਜ਼ ਹੈ, ਅੱਬਲ ਦੇਖੋ ਕੰਮ ਤਾਂ ਮੈਨੂੰ ਕਦੇ ਪਿਆ ਨਹੀਂ, ਨਾ ਮੈਂ ਕਦੇ ਕੰਮ ਕਰਵਾਇਆ ਵਾ। ਮੇਬੀ ਮੈਨੂੰ ਐਸਾ ਤਜਰਬਾ ਹੈ ਨਹੀਂ ਹੈ, ਕਿਉਂਕਿ ਮੈਂ ਕਦੇ ਕੰਮ ਕਰਵਾਇਆ ਹੀ ਨਹੀਂ, ਮੈਨੂੰ ਕਦੇ ਲੋੜ ਹੀ ਨਹੀਂ ਪਈ, ਕਿਉਂਕਿ ਮੈਂ ਤਾਂ ਸਮਾਜਿਕ ਕੰਮ ਕਰਨਾ, ਸਮਾਜਿਕ ਕੰਮ ਹੈ ਪ੍ਰਸ਼ਾਸਨ ਵੀ ਸਾਡਾ ਕਰ ਦਿੰਦੇ, ਕਿਉਂਕਿ ਮੈਂ ਗਲਤ ਕੰਮ ਲੈ ਕੇ ਕਿਸੇ ਕੋਲ ਜਾਂਦਾ ਹੀ ਨਹੀਂ। ਤੇ ਪਿੱਛੇ ਵਾਲੀ ਗੱਲ ਨਹੀਂ ਹੈ, ਹਲੇ ਬਹੁਤ ਟਾਈਮ ਪਿਆ, ਕੋਈ ਐਸੀ ਗੱਲ ਨਹੀਂ। ਜਦੋਂ ਜਬ ਜਾਗੋ ਤਭੀ ਸਵੇਰਾ। ਅੱਜ ਅਗਰ ਸਰਕਾਰ ਨੂੰ ਕੋਈ ਐਸਾ ਬੰਦਾ ਚਾਹੀਦਾ ਹੋਏਗਾ ਜਿਹੜਾ, ਦੇਖੋ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਜੀ, ਉਹਦੇ 'ਚ ਨਾ ਤੁਹਾਨੂੰ ਕੋਈ ਐਸਾ ਬੰਦਾ ਜਿਹੜੇ ਸ਼ਹਿਰ ਦੇ ਸਮਾਜ ਸੇਵੀ ਹੈ, ਜਿਹਨੂੰ ਲੋਕ ਚਾਹੁੰਦੇ ਆ, ਅਗਰ ਚਿਹਰਾ ਹੈ, ਅੱਜ ਉਹਦੀ ਲੋੜ ਪੈਣੀ ਹੈ ਸਰ ਅੱਗੇ ਜਾ ਕੇ। ਹੁਣ ਤੁਸੀਂ ਕਹੋ ਨਾ ਵੀ ਰਾਜਨੀਤਿਕ ਲੋਕ ਬਹੁਤ ਅੱਛੀ ਤਰ੍ਹਾਂ ਇੱਥੇ ਇਲੈਕਸ਼ਨ ਜਿੱਤ ਜਾਓ, ਐਸਾ ਹੈ ਨਹੀਂ ਹੈ, ਕਿਉਂਕਿ ਲੋਕਾਂ ਦੀ ਵੀ ਸੁਣਨੀ ਪਏਗੀ, ਲੋਕ ਕੀ ਚਾਹੁੰਦੇ ਆ। ਥਾਪਰ ਸਾਹਿਬ, ਤੁਸੀਂ ਕਹਿੰਦੇ ਹੋ ਕਿ ਮੈਂ ਸੀਐਮ ਦੇ ਨਾਲ ਵੀ ਮੇਰੀ ਅੱਛੀ ਗੱਲਬਾਤ ਹੈ, ਗਵਰਨਰ ਨਾਲ ਮੇਰੀ ਅੱਛੀ ਗੱਲਬਾਤ ਹੈ, ਗਿਆਨਚੰਦ ਗੁਪਤਾ ਜੀ ਨਾਲ ਮੇਰੀ ਅੱਛੀ ਗੱਲਬਾਤ ਹੈ, ਸਭ ਨਾਲ ਅੱਛੀ ਗੱਲਬਾਤ ਹੈ। ਇਹ ਮੰਦਰ ਦੀ ਜ਼ਮੀਨ ਵਾਲਾ ਕੀ ਰੌਲਾ ਹੈ? ਕਿਉਂਕਿ ਮੰਦਰ ਦੀ ਜ਼ਮੀਨ ਕਿਤੇ ਨਾ ਕਿਤੇ ਜਿਹੜੀ ਹੈ
ਉਹ ਤੁਹਾਡੇ ਨਾਮ ਨਹੀਂ ਹੋ ਰਹੀ, ਕੀ ਲੱਗਦਾ ਕਿ ਸਰਕਾਰ ਨੇ ਫਾਈਲ ਰੋਕ ਲਈ ਜਾਂ ਵਫਾਦਾਰ ਸਿਪਾਹੀ ਹੋਣ ਦਾ ਕਿਤੇ ਨਾ ਕਿਤੇ ਖਾਮਿਆਜਾ ਭੁਗਤਣਾ ਪੈ ਰਿਹਾ? ਨਹੀਂ ਦੇਖੋ, ਫਾਈਲ ਤਾਂ ਮੇਰੀ ਨਹੀਂ ਕਿਤੇ ਰੁਕੀ। ਹੁਣ ਮੈਨੂੰ ਪਤਾ ਨਹੀਂ ਹੈ, ਅੱਜ ਕਰੀਬ 7 ਤੋਂ 8 ਸਾਲ ਹੋ ਗਏ ਆ, ਸਾਨੂੰ ਫੋਨ ਆਇਆ ਸੀਗਾ ਸਪੀਕਰ ਸਾਹਿਬ ਦੇ ਆਫਿਸ ਤੋਂ, ਉਸ ਵੇਲੇ ਵਿਧਾਇਕ ਜੀ ਸੀਗੇ, ਤੇ ਉਹਨਾਂ ਨੇ ਵੀ ਕਿਹਾ ਕਿ ਇੱਕ ਪਲਾਟ ਇਦਾਂ ਨਿਕਲਦੇ ਪਏ ਆ ਤੇ ਤੁਸੀਂ ਇਹਨੂੰ ਅਪਲਾਈ ਕਰੋ, ਤੇ ਅਸੀਂ ਉਹਨਾਂ ਦੇ ਕੇਸ ਦੇ ਉੱਤੇ ਅਪਲਾਈ ਕਰਤਾ ਸੀਗਾ। ਤੇ ਉਹਦੀ ਜੋ ਉਹਦੀ ਅਰਨੈਸਟ ਮਨੀ ਸੀਗੀ 7 ਤੋਂ 8 ਲੱਖ ਰੁਪਇਆ, ਕਿੰਨੀ ਸੀ, 7 ਲੱਖ ਕੁਛ ਹਜ਼ਾਰ ਸੀ, ਉਹ ਅਸੀਂ ਨਾਲ ਲਗਾਤੀ ਸੀ। ਤੇ ਉਸ ਤੋਂ ਬਾਅਦ ਆ ਗਿਆ ਕੋਵਿਡ, ਤੇ ਇੰਟਰਵਿਊ ਸੀ ਸਾਡੀ 23 ਮਾਰਚ ਨੂੰ, ਉਸ ਲਈ ਆ ਗਿਆ ਕੋਵਿਡ ਤੇ ਇੰਟਰਵਿਊ ਕੈਂਸਲ ਹੋ ਗਈ। ਤਾਂ ਉਸ ਤੋਂ ਬਾਅਦ ਇੱਕ ਵਾਰ ਇੰਟਰਵਿਊ ਸਾਡੀ ਹੋਈ, ਅਸੀਂ ਸਿਲੈਕਟ ਹੋ ਗਏ ਕਿ ਇਹਨਾਂ ਨੂੰ ਤਾਂ ਡਿਜ਼ਰਵ ਵੀ ਕਰਦੇ ਆ, ਸਭ ਨੂੰ ਪਤਾ ਹੀ ਸੀਗਾ, ਜੋ ਕਮਿਸ਼ਨਰ ਮੈਡਮ ਵੀ ਸੀਗੇ, ਡੀਸੀ ਵੀ ਸੀ, ਸਭ ਸੀਗੇ। ਤੋ ਉਸ ਤੋਂ ਬਾਅਦ ਸਾਨੂੰ ਫੋਨ ਆਇਆ ਕਿ ਹੁਣ ਨਾ ਇੱਕ ਅਸੀਂ ਪਲਾਟ ਵੱਡਾ ਕੱਢਿਆ ਹੈ 2225 ਗਜ਼ ਦਾ ਐਮਡੀਸੀ ਦੇ ਵਿੱਚ, 2 ਕਰੋੜ 13 ਲੱਖ ਰੁਪਏ ਦਾ, ਤੁਸੀਂ ਉਹ ਪਲਾਟ ਲਗਾਓ ਤੇ ਉਹਦੀ ਤੁਸੀਂ ਅਰਨੈਸਟ ਮਨੀ ਲਗਾਓ। ਤੇ ਇਹਦੇ ਵਿੱਚ ਮੈਨੂੰ ਸਪੀਕਰ ਸਾਹਿਬ ਨੇ ਵੀ ਬੁਲਾਇਆ ਸੀ, ਤੇ ਉਹਨਾਂ ਨੇ ਕਿਹਾ ਵੀ ਇਹਦੇ 'ਚ ਇੱਕੋ ਹੀ ਆਵੇਦਨ ਪੱਤਰ ਆਏਗਾ, ਉਹ ਤੁਹਾਡਾ ਹੀ ਆਏਗਾ, ਔਰ ਤੁਹਾਨੂੰ ਇਹ ਪਲਾਟ ਮਿਲੇਗਾ ਤੇ ਤੁਸੀਂ ਲਾਓ, ਕਿਉਂਕਿ ਅਸੀਂ ਤੁਹਾਨੂੰ ਜਗ੍ਹਾ, ਜਦੋਂ ਇਲੈਕਸ਼ਨ ਵੀ ਹੋ ਰਹੇ ਸੀਗੇ, ਜਦੋਂ ਮੇਰੇ ਕੋਲ ਆਏ ਸੀਗੇ, ਉਦੋਂ ਵੀ ਇਹਨਾਂ ਨੇ ਵਾਅਦਾ ਕੀਤਾ ਸੀਗਾ, ਤੇ ਅਸੀਂ ਫਿਰ ਉਹ ਵਾਲਾ ਪਲਾਟ ਅਪਲਾਈ ਕਰਤਾ, ਤੇ ਉਹਦੇ ਨਾਲ 22 ਲੱਖ ਰੁਪਇਆ ਲਗਾਉਣਾ ਸੀ, 22 ਲੱਖ ਰੁਪਏ ਦਾ ਅਸੀਂ ਡਰਾਫਟ ਨਾਲ ਲਗਾ ਦਿੱਤਾ ਸੀ। ਤੋ ਅੱਜ ਦੇਖਿਆ ਜਾਵੇ ਕਰੀਬ 7 ਤੋਂ 8 ਸਾਲਾਂ ਤੋਂ 30 ਲੱਖ ਰੁਪਇਆ ਸਾਡਾ ਹੁੱਡਾ ਦੇ ਕੋਲ ਹੀ ਪਿਆ ਵਾ, ਤੇ ਨਾ ਤਾਂ ਪਹਿਲਾ ਪਲਾਟ ਦਾ ਕੁਝ ਬਣਿਆ, ਨਾ ਦੂਜੇ ਦਾ ਬਣਿਆ। ਨੇੜਤਾ ਦਾ ਕੋਈ ਫਾਇਦਾ ਨਹੀਂ ਹੋਇਆ? ਮੁੱਖ ਮੰਤਰੀ ਦੇ ਨਾਲ ਨੇੜਤਾ ਰਹੀ, ਕੋਈ ਫਾਇਦਾ ਨਹੀਂ ਹੋਇਆ? ਮੈਂ ਤੁਹਾਨੂੰ ਪੂਰੀ ਗੱਲ ਦੱਸਦਾ, ਜਦੋਂ ਸੀਐਮ ਸਾਹਿਬ ਨਾਲ ਮੇਰੀ 3-4 ਵਾਰ 5 ਵਾਰ ਮੁਲਾਕਾਤ ਹੋਈ, ਤੇ ਜਦੋਂ ਇੱਕ ਲਾਸਟ ਮੁਲਾਕਾਤ ਹੋਈ ਸੀ ਜਦੋਂ ਮੇਅਰ ਇਲੈਕਸ਼ਨ ਦੇ ਵਿੱਚ ਸੀਐਮ ਸਾਹਿਬ ਦੀ ਰੈਲੀ ਕੀਤੀ ਸੀ, ਤੇ ਸੀਐਮ ਸਾਹਿਬ ਜਦੋਂ ਬੈਠੇ ਤੇ ਆਪਣਾ ਸਪੀਕਰ ਸਾਹਿਬ, ਮੈਂ ਤੇ ਸੀਐਮ ਸਾਹਿਬ ਤਿੰਨੋਂ ਸਾਹਮਣੇ ਸੀਟ ਤੇ ਸੋਫੇ ਤੇ ਬੈਠੇ ਸੀ, ਤੇ ਸੀਐਮ ਸਾਹਿਬ ਨੂੰ ਕਿਹਾ ਉਹਨਾਂ ਨੇ ਵੀ ਇਹ ਪਲਾਟ ਇਹਨਾਂ ਨੂੰ ਆਪਾਂ ਮੰਦਿਰ ਵਾਸਤੇ ਦੇਣਾ, ਆਪਾਂ ਇਹਨਾਂ ਨਾਲ ਵਾਅਦਾ ਕੀਤਾ ਕਿ ਇਹਨਾਂ ਦੀ ਸੰਸਥਾ ਬੜੇ ਅੱਛੇ ਕੰਮ ਕਰ ਰਹੀ ਹੈ ਤੇ ਸਰਕਾਰ ਨਾਲ ਵੀ ਕਰ रही है। तो सीएम साहब ने कहा भी जब ये हुड्डा का जगह मांग रहे हैं, पैसे भी साथ दे रहे हैं, तो इनको क्यों नहीं देते? ब्यूरोक्रेसी पारी होगी शायद ਹੁਣ ਮੈਨੂੰ ਜਿੱਥੇ ਤੱਕ ਸੁਣ, ਜਦੋਂ ਉਸ ਤੋਂ ਬਾਅਦ ਸਾਨੂੰ ਫਿਰ ਫੋਨ ਆਇਆ ਕਿ ਵੱਡਾ ਪਲਾਟ ਜਿਹੜਾ ਹੈਗਾ ਉਹ ਸੀਐਮ ਸਾਹਿਬ ਨੇ ਹੋਲਡ ਤੇ ਲਗਾ ਦਿੱਤਾ, ਤੇ ਜਿਹੜਾ ਪਹਿਲਾ ਪਲਾਟ ਹੈਗਾ ਤੁਹਾਡਾ 2 ਕਨਾਲ ਦਾ, ਉਹ ਵਾਲਾ ਪਲਾਟ ਦੀ ਤੁਸੀਂ ਦੁਬਾਰਾ ਇੰਟਰਵਿਊ ਦਿਓ। ਅਸੀਂ ਫਿਰ ਦੁਬਾਰਾ ਦੇਤੀ ਇੰਟਰਵਿਊ, ਤੇ ਮਿਸਿਸ ਰੇਨੂ ਫੁਲਕਾ ਮੈਡਮ ਸੀਗੇ, ਉਹਨਾਂ ਨੇ ਲਿੱਤੀ, ਤੇ ਵਿਨੇ ਜੀ ਡੀਸੀ ਸੀਗੇ, ਉਹ ਵੀ ਸੀਗੇ ਉੱਥੇ ਬੈਠੇ, ਰਕੇਸ਼ ਸੰਧੂ ਜੀ ਸਟੇਟ ਆਫਿਸਰ ਸੀਗੇ, ਸਭ ਨੇ ਹੋਇਆ। ਤੇ ਮੈਂ ਫਿਰ ਜਿਵੇਂ ਫੋਲੋ ਕੀਤਾ ਤੇ ਪਤਾ ਲੱਗਿਆ ਕਿ ਫਾਈਲ ਸਾਡੀ ਓਕੇ ਹੋ ਗਈ ਹੈ, ਸਾਡਾ ਨਾਮ ਰਿਕਮੈਂਡ ਹੋ ਗਿਆ, ਸਭ ਕੁਝ ਹੋ ਗਿਆ, ਪੈਸੇ ਸਾਡੇ ਪਹਿਲੇ ਜਮ੍ਹਾਂ। ਤੇ ਹੁਣ ਉਸ ਤੋਂ ਬਾਅਦ ਸਾਡੀ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ ਸਭ ਨਾਲ ਹੀ, ਤੇ ਚਾਹੇ ਉਹ ਅਫਸਰ ਲੈ ਲਓ, ਚਾਹੇ ਤੁਸੀਂ ਸਰਕਾਰ ਲੈ ਲਓ, ਉਹ ਸਾਨੂੰ ਹਲੇ ਤੱਕ ਸਮਝ ਨਹੀਂ ਆ ਰਿਹਾ। ਹੁਣ ਮੈਨੂੰ ਮੇਰੇ ਲੋਕ ਕਹਿ ਰਹੇ ਆ ਕਿ ਥਾਪਰ ਸਾਹਿਬ ਇੰਨੀ ਕਲੋਜ਼ਨੈਸ ਹੈ, ਉਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਵੀ ਵਾਅਦਾ ਕੀਤਾ। ਅਸੀਂ ਦੇਖੋ, ਸਭ ਨਾਲੋਂ ਹੈਰਾਨਗੀ ਵਾਲੀ ਗੱਲ ਇਹ ਹੈ, ਜਿਹੜੀ ਸਰਕਾਰ ਦੀ ਜਗ੍ਹਾ, ਸਰਕਾਰ ਦੀਆਂ ਟਰਮਸ, ਸਰਕਾਰ ਦੀਆਂ ਕੰਡੀਸ਼ਨ, ਸਰਕਾਰ ਦਾ ਰੇਟ, 2 ਪੈਸੇ ਅਸੀਂ ਡਿਸਕਾਊਂਟ ਨਹੀਂ ਮੰਗਦੇ, ਪੈਸੇ ਸਾਡੇ ਜਮ੍ਹਾਂ ਹੈ, ਤੇ ਉਹਦੇ ਵਿੱਚ ਹਰ ਸੰਸਥਾ ਨੂੰ ਮਿਲਦਾ ਪਿਆ। ਹੁਣ ਮੈਂ ਔਨ ਕੈਮਰਾ ਕੁਝ ਕਹਿਣਾ ਨਹੀਂ ਚਾਹ ਰਿਹਾ, ਪਰ ਦੇਖਿਆ ਜਾਵੇ ਪਿੱਛੇ ਬੜੇ ਪਲਾਟ ਮਿਲੇ ਆ, ਠੀਕ ਹੈ। ਜਿਹੜੇ ਨੇੜਤਿਆਂ ਨੂੰ ਕਿੱਥੇ ਨਾ ਕਿੱਥੇ ਲੋਕਾਂ ਨੂੰ ਅੱਗੇ ਕਰਤਾ, ਕਿਉਂਕਿ ਜਿਹੜੇ ਕਰੀਬੀ ਸੀਗੇ, ਕਹਿੰਦੇ ਕਰੀਬੀ ਵਾਲੇ ਜਿਹੜੇ ਨੇ ਕਾਫੀ ਕਰੀਮਾਂ ਖਾਂਦੇ ਨੇ, ਮੱਖਣ ਖਾਂਦੇ ਨੇ, ਕਿ ਕਰੀਬ ਮੱਖਣ, ਜਿਹੜੇ ਕਰੀਬੀ ਸੀ ਉਹ ਮੱਖਣ ਖਾ ਗਏ? ਨਹੀਂ ਦੇਖੋ, ਕਰੀਬ ਤਾਂ ਦੇਖੋ, ਮੇਰੇ ਕਹਿਣ ਦਾ ਮਤਲਬ ਕਰੀਬ ਤਾਂ ਅਸੀਂ ਵੀ ਬਹੁਤ ਹਾਂ ਜੀ ਉਹਨਾਂ ਦੇ, ਜਾਂ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ। ਮੈਨੂੰ ਇਹ ਹੁਣ ਲੱਗਣ ਲੱਗ ਗਿਆ ਕਿ ਅਸੀਂ ਸਮਝਦੇ ਹਾਂ ਕਿ ਅਸੀਂ ਬਹੁਤ ਕਰੀਬ ਹੈਗੇ ਆ, ਪਰ ਅਸੀਂ ਹੈ ਨਹੀਂ ਇੰਨੇ ਕਰੀਬ, ਮੈਨੂੰ ਜੋ ਲੱਗ ਰਿਹਾ। ਤੇ ਹੁਣ ਮੈਨੂੰ ਮੇਰੇ ਜਿਹੜੇ ਲੋਕ ਜੁੜੇ ਹੋਏ ਆ, ਜਿਨ੍ਹਾਂ ਨੇ ਤਿਆਰੀ ਕੀਤੀ ਸੀ ਇੰਨੀ ਇਲੈਕਸ਼ਨਾਂ ਦੀ, ਜਿਨ੍ਹਾਂ ਨੇ ਇੰਨੀ ਵੱਡੀ ਤਿਆਰੀ ਕੀਤੀ ਸੀ ਸਾਰੀ ਚੀਜ਼ਾਂ ਦੀ, ਅੱਜ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ? ਕਿ ਹੁਣ ਜਦੋਂ ਮੈਂ ਗੱਲ ਕਰਦਾ ਉਹ ਕਹਿੰਦੇ ਜੀ ਸੀਐਮ ਸਾਹਿਬ ਤੱਕ, ਸੀਐਮ ਸਾਹਿਬ ਨੇ ਹੁਣ ਫਾਈਨਲ ਕਰਨਾ। ਤੇ ਮੇਰੀ ਤੁਹਾਡੇ ਮਾਧਿਅਮ ਤੋਂ ਸੀਐਮ ਸਾਹਿਬ ਨਾਲ ਰਿਕੁਐਸਟ ਹੈ ਵੀ ਸੀਐਮ ਸਾਹਿਬ ਇਸ ਮੈਟਰ ਨੂੰ ਦੇਖਿਆ ਜਾਵੇ, ਅਗਰ ਸਾਡੀ ਫਾਈਲ ਰੁਕੀ ਹੋਈ ਹੈ ਤੇ ਉਹਨੂੰ ਫਾਈਲ ਨੂੰ ਰਿਲੀਜ਼ ਕਰੋ। ਸਾਰਾ ਕੁਝ ਕੀਤਾ ਹੋਇਆ ਅਸੀਂ, ਅੱਛਾ ਕੋਈ ਅਸੀਂ ਫੇਵਰ ਨਹੀਂ ਮੰਗ ਰਹੇ, ਅਸੀਂ ਹੁਣ ਐਕਚੁਅਲ ਸਾਡੇ ਕਾਗਜ਼ ਵੀ ਸੱਚੇ ਹੈ, ਸਾਡੀ ਸੰਸਥਾ ਵੀ ਸੱਚੀ ਹੈ, ਸਾਡੇ ਕੰਮ ਵੀ ਸੱਚੇ ਹੈ, ਕੋਈ ਐਸਾ ਨਹੀਂ ਹੈ। ਕੋਈ ਇੱਥੇ ਮੈਂ ਤੁਹਾਨੂੰ ਐਸੀਆਂ ਦਿਖਾ ਸਕਦਾ ਸੰਸਥਾਵਾਂ ਜਿਨ੍ਹਾਂ ਨੇ ਸਿਰਫ ਰਜਿਸਟਰੀਆਂ ਕਰਾ ਕੇ ਰੱਖੀਆਂ ਹੋਈਆਂ, 4 ਦੀਵਾਰੀ ਕਰਾ ਕੇ। ਅਸੀਂ ਤਾਂ ਕੁਝ ਬਣਾਉਣਾ ਹੈ, ਅਸੀਂ ਤਾਂ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਅਸੀਂ ਪ੍ਰਸ਼ਾਸਨ ਨੂੰ ਜਦੋਂ ਵੀ ਕੋਵਿਡ ਦੇ ਵਿੱਚ ਲੋੜ ਪਈ ਹੈ, ਡੀਸੀ ਸਾਹਿਬ ਨੂੰ ਪੁੱਛੋ, ਐਸਡੀਐਮ ਸਾਹਿਬ ਨੂੰ ਪੁੱਛੋ, ਅਸੀਂ 500-500 700 ਬੰਦੇ ਦਾ ਰੋਜ਼ ਖਾਣਾ ਮਹੀਨੇ ਬਣਾ ਕੇ ਦਿੱਤਾ ਜੀ। 1,75,000 ਕਿਲੋ ਰਾਸ਼ਨ ਅਸੀਂ ਵੰਡਿਆ।
ਅਸੀਂ ਤਾਂ ਕਰਦੇ ਰਹਿੰਦੇ, ਸਾਨੂੰ ਠਿਕਾਣਾ ਚਾਹੀਦਾ, ਅਸੀਂ ਇਹਨਾਂ ਦੇ ਰੇਟ ਤੇ ਲੈਣਾ ਹੈ, ਸਮਝ ਉਹ ਨਹੀਂ ਸਮਝ ਆਇਆ। ਉਪਲਬਧੀਆਂ ਕਾਫੀ ਰਹੀਆਂ ਸਮਾਜ ਸੇਵਾ ਦੇ ਵਿੱਚ, ਕਦੀ ਮਹਿਸੂਸ ਨਹੀਂ ਹੁੰਦਾ ਕਿ ਯਾਰ ਕਾਸ਼ ਉਸ ਸਮੇਂ ਮੇਅਰ ਦੀ ਟਿਕਟ ਲੜ ਹੀ ਲੈਂਦਾ, ਨਾ ਹੀ ਸੁਣਦਾ ਇਹਨਾਂ ਦੀ, ਕਿਉਂਕਿ ਸਿਆਸਤ ਦੇ ਵਿੱਚ ਹੁੰਦਾ ਤਾਂ ਸ਼ਾਇਦ ਅੱਜ ਕਿਸੇ ਦੇ ਹੱਥ ਨਹੀਂ ਜੋੜਨੇ ਪੈਂਦੇ, ਕਿਸੇ ਨੂੰ ਪੁੱਛਣਾ ਨਹੀਂ ਪੈਂਦਾ, ਕਿਸੇ ਤੋਂ ਜਿਹੜਾ ਜਵਾਬ ਨਹੀਂ ਲੈਣਾ ਪੈਂਦਾ, ਸਿੱਧਾ ਆਰਡਰ ਕਰਦਾ, ਸਿੱਧਾ ਕੰਮ ਕਰਾਉਂਦਾ ਆਪਣਾ। ਲੱਗਦਾ ਨਹੀਂ ਕਿ ਸਰਕਾਰ ਦਾ ਹਿੱਸਾ ਹੋਣਾ ਚਾਹੀਦਾ ਸੀ ਸਿਆਸੀ ਕਿਤੇ ਨਾ ਕਿਤੇ, ਕਿਉਂਕਿ ਕਹਿੰਦੇ ਨੇ ਸਮਾਜ ਸੇਵਾ ਤਾਂ ਕਰਨੀ ਜ਼ਰੂਰੀ ਹੁੰਦੀ ਹੈ, ਸਮਾਜ ਸੇਵਾ ਕਰਨੀ ਵੀ ਚਾਹੀਦੀ ਹੈ, ਔਰ ਸਮਾਜ ਸੇਵਾ ਇੱਕ ਪੱਧਰ ਤੱਕ ਕਰਨ ਦੇ ਲਈ ਪੋਲੀਟੀਕਲ ਬੈਕਗ੍ਰਾਉਂਡ ਵੀ ਹੋਣਾ ਚਾਹੀਦਾ, ਪੋਲੀਟੀਕਲ ਕਿਤੇ ਨਾ ਕਿਤੇ ਸਟਰੋਂਗ ਵੀ ਹੋਣਾ ਚਾਹੀਦਾ। ਲੱਗਦਾ ਨਹੀਂ ਸੀ ਕਿ ਮਹਿਸੂਸ ਹੁੰਦਾ ਕਦੀ ਕਿ ਯਾਰ ਗਲਤ ਕਰਤਾ, ਟਿਕਟ ਜਿਹੜੀ ਹੈ ਨਹੀਂ ਲਿੱਤੀ, ਜਾਂ ਇਸ ਤਰੀਕੇ ਨਾਲ ਐਕਟਿਵ ਨਹੀਂ ਹੈ ਤਾਂ ਗਲਤ ਹੋ ਗਈ ਕਿਤੇ ਕੰਮ? ਨਹੀਂ ਦੇਖੋ, ਟਿਕਟ ਲੈਣੀ ਤਾਂ ਮੇਰੇ ਬਸ 'ਚ ਤਾਂ ਸੀਗੀ ਨਹੀਂ, ਟਿਕਟ ਤਾਂ ਇਹਨਾਂ ਨੇ ਦੇਣੀ ਸੀਗੀ, ਵੱਡੇ ਲੋਕਾਂ ਨੇ ਜਿਹਨਾਂ ਜਿਹੜੇ ਟਿਕਟ ਵੰਡਦੇ ਉਹਨਾਂ ਨੇ ਦੇਣੀ ਸੀ। ਲੇਕਿਨ ਇਹ ਹੈ ਕਿ ਮੈਂ ਆਉਣ ਨੂੰ ਤਾਂ ਮੈਂ ਇੰਡੀਪੈਂਡੈਂਟ ਵੀ ਆ ਸਕਦਾ ਸੀ, ਪਰ ਕਿਉਂਕਿ ਮੈਂ ਬੀਜੇਪੀ ਨਾਲ ਜੁੜਿਆ ਹੋਇਆ, ਬੀਜੇਪੀ ਦਾ ਇੱਕ ਸਪਾਈ ਹੈ, ਫਿਰ ਮੈਨੂੰ ਤਾਂ ਜੇ ਬੀਜੇਪੀ ਨਹੀਂ ਸੀ ਤੇ ਮੇਰੇ ਕੋਲ ਤਾਂ ਕਾਂਗਰਸ ਵੀ ਤਿਆਰ ਸੀ, ਮੇਰੇ ਕੋਲ ਤਾਂ ਆਪ ਵੀ ਹੈਗੇ, ਮੇਰੇ ਕੋਲ ਇਨੈਲੋ ਵੀ, ਮੇਰੇ ਕੋਲ ਸਾਰੇ ਆਉਂਦੇ ਸੀ ਜੀ। ਜਦੋਂ ਹੁਣ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੋਏ ਆ, 10 ਮਾਰਚ ਨੂੰ ਰਿਜ਼ਲਟ ਆਇਆ, 10 ਮਾਰਚ ਦੀ ਰਾਤ ਨੂੰ ਮੇਰੇ ਘਰ ਆ ਕੇ ਬਹਿ ਗਏ ਵੀ ਤੁਸੀਂ ਥਾਪਰ ਸਾਹਿਬ ਇੱਕ ਵਾਰ ਹਾਂ ਕਰੋ ਤੇ ਤੁਹਾਨੂੰ ਦਿੱਲੀ ਦੇ ਵਿੱਚ ਉਹ ਜਾਪਦਾ ਹੈ ਕਿ ਕਿਤੇ ਨਾ ਕਿਤੇ ਮੇਅਰ ਦੀ ਕੁਰਸੀ ਬੜੀ ਛੋਟੀ ਕੁਰਸੀ ਸੀ, ਉੱਪਰ ਲੈਵਲ ਤੱਕ ਦੀ ਵਿਧਾਨ ਸਭਾ ਵੀ ਜਿਹੜੇ ਅਨਿਲ ਥਾਪਰ ਪੌੜੀਆਂ ਚੜ ਸਕਦੇ ਸੀ ਵਿਧਾਨ ਸਭਾ ਦੀ, ਲੱਗਦਾ ਨਹੀਂ ਸੀ ਕਿ ਉਹ ਮੇਅਰ ਵਾਲਾ ਛੋਟਾ ਲੈਵਲ ਸੀਗਾ। ਹੁਣ ਵੱਡੇ ਲੈਵਲ ਦੇ ਵੱਡੇ ਪੱਧਰ ਦੇ ਉੱਪਰ ਜਿਹੜਾ ਰਾਜਨੀਤੀ ਦੇ ਵਿੱਚ ਐਂਟਰ ਹੋਣਾ ਚਾਹੀਦਾ। ਨਹੀਂ ਦੇਖੋ, ਜੇ ਤਾਂ ਤੁਸੀਂ ਸਮਾਜ ਦੀ ਸੇਵਾ ਕਰਨੀ ਹੈ, ਜੇ ਆਪਣੇ ਸ਼ਹਿਰ ਨੂੰ ਸੁਧਾਰਨਾ ਹੈ, ਫਿਰ ਕੋਈ ਲੈਵਲ ਛੋਟਾ ਨਹੀਂ ਹੈ, ਕੋਈ ਵੱਡਾ ਨਹੀਂ ਹੈ। ਅੱਜ ਅਗਰ ਇੱਕ ਆਰਡੀਨਰੀ ਇੱਕ ਛੋਟਾ ਅਫਸਰ ਵੀ ਅਗਰ ਚਾਹੇ ਨਾ, ਅਗਰ ਉਹਦੀ ਇੱਛਾ ਹੋਵੇ ਤੇ ਸ਼ਹਿਰ ਦੇ ਸੁਧਾਰ ਹੋ ਸਕਦੇ ਆ। ਹੁਣ ਅੱਜ ਦੀ ਡੇਟ 'ਚ ਅਸੀਂ ਦੇਖਦੇ ਪਏ ਆ, ਤੁਸੀਂ ਵੀ ਦੇਖ ਰਹੇ ਹੋ ਵੀ ਕਾਫੀ ਕੰਮ ਰੁਕੇ ਪਏ ਆ, ਸ਼ਹਿਰ ਦੇ ਸਫਾਈਆਂ ਵਾਲੇ ਕੰਮ ਵੀ ਰੁਕੇ ਪਏ, ਸਭ ਕੁਝ ਹੈ, ਬਹੁਤ ਕੁਝ ਹੋ ਜਾਏਗਾ। ਲੇਕਿਨ ਹੁਣ ਅੱਗੇ ਆ ਰਿਹਾ ਵਿਧਾਨ ਸਭਾ ਇਲੈਕਸ਼ਨ, ਦੇਖੋ ਕੀ ਮੇਰੀ ਜਨਤਾ ਕਹਿੰਦੀ ਹੈ, ਕੀ ਮੇਰੇ ਪ੍ਰੇਮੀ ਕਹਿੰਦੇ ਆ, ਔਰ ਕੀ ਸਰਕਾਰ ਕਹਿੰਦੀ ਹੈ। ਕਿਤੇ ਨਾ ਕਿਤੇ ਟਿਕਟ ਦੇ ਲਈ ਮੰਗ ਕਰੋਗੇ ਕਿ ਮੈਨੂੰ ਟਿਕਟ ਦਿੱਤੀ ਜਾਵੇ, ਕਿ ਬੀਜੇਪੀ ਤੋਂ ਮੰਗ ਕਰੋਗੇ, ਵਫਾਦਾਰ ਸਿਪਾਹੀ ਹੋ, ਮੰਗ ਕਰੋਗੇ ਮੈਨੂੰ ਟਿਕਟ ਦਿੱਤੀ ਜਾਵੇ, ਮੈਂ ਵਿਧਾਨ ਸਭਾ ਤੇ ਚੋਣ ਲੜਾਂ? ਦੇਖੋ, ਰਿਕਾਰਡ ਪੰਚਕੂਲੇ ਦਾ ਤਾਂ ਇਹੀ ਰਿਹਾ ਵੀ ਜਿਹੜਾ ਬੰਦਾ ਤਾਂ ਦੂਜੀ ਪਾਰਟੀ ਨੂੰ ਛੱਡ ਕੇ ਆਇਆ, ਉਹਦੀ ਤਾਂ ਟੌਰ ਹੋ ਰਹੀ ਹੈ। ਜਿਹੜੇ ਸਿਪਾਹੀ ਲੱਗੇ ਹੋਏ ਆ ਅੱਖਾਂ ਮੀਚ ਕੇ, ਉਹ ਥੋੜਾ ਜਿਹਾ ਬੈਕਫੁੱਟ ਤੇ ਮਹਿਸੂਸ ਕਰਦੇ ਪਏ ਆ, ਮੇਰੇ ਵਰਗੇ ਵੀ ਜਿੱਦਾਂ ਅਸੀਂ ਬਿਲਕੁਲ ਹੀ ਤਨ ਮਨ ਧਨ ਤੋਂ, ਜਿਹਨੂੰ ਕਹਿੰਦੇ ਆ ਨਾ, ਤਨ ਮਨ ਧਨ ਤੋਂ। ਐਕਚੁਅਲ ਤੁਸੀਂ ਸ਼ਹਿਰ ਦੇ ਕਿਸੇ ਬੰਦੇ ਨੂੰ ਪੁੱਛ ਸਕਦੇ ਹੋ, ਪੂਰੀ ਸੇਵਾ ਕੀਤੀ ਹੈ, ਪੂਰੀ ਸੇਵਾ ਕਰ ਰਹੇ ਆ, ਪਰ ਕਿਉਂ ਐ ਮਹਿਸੂਸ ਹੋ ਰਿਹਾ? ਤੁਸੀਂ ਇਹ ਦੇਖੋ, ਅੱਜ ਮੈਂ ਪਹਿਲੀ ਵਾਰ ਇਹ ਗੱਲ ਦੱਸਣ ਲੱਗਾ ਕਿ ਅੱਜ 2014 ਚ ਖੱਟੜ ਸਾਹਿਬ ਸੀਐਮ ਬਣੇ ਸੀ, ਔਰ ਅਸੀਂ ਬੜਾ ਜ਼ੋਰ ਲਗਾਇਆ ਬੀਜੇਪੀ ਲਈ, ਉਹ ਅੱਜ ਵੀ ਲਾ ਰਹੇ 2019 ਚ। 2014 ਦੇ ਵੀ ਇਲੈਕਸ਼ਨਾਂ ਦੇ ਵਿੱਚ ਜਿਹੜੇ 169 ਬੂਥ ਬਣੇ ਸੀਗੇ, 169 ਬੂਥ ਦਾ 3 ਦਿਨ ਦਾ ਖਾਣਾ 2500 ਬੰਦੇ ਦਾ ਸਾਡੇ ਲੰਗਰ ਤੋਂ ਬਣ ਕੇ ਜਾਂਦਾ ਸੀ। 2019 ਚ ਵੀ ਬਣ ਕੇ ਗਿਆ, ਮੇਅਰ ਇਲੈਕਸ਼ਨ ਚ ਵੀ ਬਣ ਕੇ ਗਿਆ, ਸਾਰੇ ਪੁਲਿਸ ਸਟੇਸ਼ਨ ਤੇ ਬਣ ਕੇ ਜਾਂਦਾ ਸੀ। ਲੇਕਿਨ ਹੈਰਾਨਗੀ ਵਾਲੀ ਗੱਲ ਇਹ ਹੈ ਵੀ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਆਇਆ, ਚਾਹੇ ਉਹ 2014 ਦਾ, ਚਾਹੇ ਉਹ 2019 ਦਾ, ਚਾਹੇ ਉਹ ਮੇਅਰ ਦਾ, ਮੈਨੂੰ ਕਿਸੇ ਨੇ ਇੱਕ ਵਾਰ ਵੀ ਕਿਤੇ ਵੀ ਇਨਵਾਈਟ ਨਹੀਂ ਕੀਤਾ। ਮੈਂ ਚਾਹ ਦਾ ਪਿਆਲਾ, ਮੈਨੂੰ ਅੱਜ ਇਹ ਨਹੀਂ ਪਤਾ ਸੀਐਮ ਸਾਹਿਬ ਦਾ ਗੇਟ ਕਿਹੜਾ ਹੈ ਤੇ ਸੀਐਮ ਸਾਹਿਬ ਦਾ ਗੇਟ ਕਿੱਥੇ ਖੁੱਲਦਾ ਔਰ ਕਿੱਦਾਂ ਅੰਦਰ ਜਾਈਦਾ, ਸਾਨੂੰ ਅੱਜ ਤੱਕ ਮੈਂ ਗਿਆ ਤੱਕ ਨਹੀਂ। ਇਸ ਤਰੀਕੇ ਦੀ ਚਰਚਾ ਹੁੰਦੀ ਰਹੀ, ਨੇੜਤਾ ਵੀ ਰਹੀ, ਫੋਨਾਂ ਤੇ ਗੱਲਾਂ ਵੀ ਹੁੰਦੀਆਂ ਰਹੀਆਂ, ਸਭ ਕੁਝ ਹੋਇਆ, ਤੁਹਾਡੇ ਨਾਲ ਚਰਚਾ ਵੀ ਬੜੀ ਜੁੜੀ ਰਹੀ। ਪਦਮ ਸ਼੍ਰੀ ਦੇ ਵਿੱਚ ਵੀ ਨਾਮ ਗਿਆ ਤੁਹਾਡਾ, ਹੁਣ ਦੁਬਾਰਾ ਤੁਸੀਂ ਫਾਈਲ ਨਹੀਂ ਕੀਤਾ, ਉਹਦਾ ਕਾਰਨ ਕੀ ਹੈਗਾ? ਜਾਂ ਪਦਮ ਸ਼੍ਰੀ ਦੇ ਵਿੱਚ, ਜਾਂ ਪਿਛਲੀ ਵਾਰ ਤੁਹਾਨੂੰ ਪਦਮ ਸ਼੍ਰੀ ਮਿਲਿਆ ਕਿਉਂ ਨਹੀਂ? ਕਿਉਂਕਿ ਸਮਾਜ ਸੇਵਾ ਦੇ ਵਿੱਚ ਕਾਫੀ ਤੁਸੀਂ ਐਕਟਿਵ ਰਹਿੰਦੇ ਹੋ, ਕਈ ਇਸ ਤਰੀਕੇ ਦੀ ਸਮਾਜ ਸੇਵਾ, ਇਦਾਂ ਦੀ ਸਮਾਜ ਸੇਵਾ ਵੀ ਕਰਦੇ ਨਜ਼ਰ ਆਏ ਹੋ ਜਿੱਥੇ ਕਿਤੇ ਨਾ ਕਿਤੇ ਸਰਕਾਰ ਵੀ ਪਿੱਛੇ ਹਟ ਜਾਂਦੀ ਹੈ, ਭਾਵੇਂ ਉਹ ਭੀਖ ਮੰਗਦੇ ਹੋਏ ਬੱਚਿਆਂ ਨੂੰ ਸਕੂਲ ਦੇ ਵਿੱਚ ਪੜਾਉਣਾ, ਭਾਵੇਂ ਉਹ ਟਰਾਈਸਾਈਕਲ ਦੇਣ ਪਹੁੰਚ ਜਾਣਾ, ਔਰ ਕੋਵਿਡ ਦੇ ਵਿੱਚ ਸਰਕਾਰਾਂ ਨੇ ਵੀ ਮੂੰਹ ਤੇ ਮਾਸਕ ਲਾ ਲਿਆ ਸੀ, ਔਰ ਤੁਸੀਂ ਜਿਹੜੇ ਸਮਾਜ ਸੇਵਾ ਕਰਦੇ ਨਜ਼ਰ ਆ ਰਹੇ ਸੀ। ਮੈਂ ਦੇਖੋ ਜੀ, ਮੈਂ ਲੋਕਾਂ ਦੀ ਸੇਵਾ ਤਾਂ ਕੀਤੀ ਹੈ, ਮੈਂ ਜਾਨਵਰਾਂ ਦੀ ਸੇਵਾ ਕੀਤੀ ਹੈ, ਮੈਂ ਬੰਦਰਾਂ ਲਈ ਵੀ ਖਾਣਾ ਦਿੱਤਾ ਹੈ, ਮੈਂ ਗਊ ਮਾਤਾ ਲਈ ਵੀ ਖਾਣਾ ਦਿੱਤਾ ਹੈ, ਮੈਂ ਕੁੱਤਿਆਂ ਲਈ ਵੀ ਖਾਣਾ ਦਿੱਤਾ ਹੈ, ਕੋਈ ਅਸੀਂ ਕਸਰ ਨਹੀਂ ਛੱਡੀ। ਕੋਈ ਮਜ਼ਦੂਰ ਫਸੇ ਹੋਏ ਸੀ ਕੋਠੀਆਂ 'ਚ, ਉਹਨਾਂ ਦੀ ਹੈਲਪ ਕੀਤੀ। ਚੰਡੀਗੜ੍ਹ ਪ੍ਰਸ਼ਾਸਨ ਨੇ ਰੋਟੀ ਜਦੋਂ ਵੀ ਮੰਗਿਆ ਸਮਾਨ ਅਸੀਂ ਦਿੱਤਾ। ਕੋਈ ਪੋਲੀਟੀਕਲ ਪਾਰਟੀ ਚੰਡੀਗੜ੍ਹ ਦੇ ਪੰਚਕੂਲੇ ਦੀ ਆ ਜਾਵੇ, ਉਹਨੇ ਜਿੰਨੇ ਲੰਗਰ ਲਾਏ ਆ, ਜਿੰਨੇ ਉਹਨਾਂ ਨੇ ਉਹ ਲਾਏ ਆ, ਸਾਰੇ ਲੰਗਰਾਂ 'ਚ ਸਾਡਾ ਰਾਸ਼ਨ ਦਾ ਸਹਿਯੋਗ ਹੈ ਜੀ, ਕਿਸੇ ਨੂੰ ਪੁੱਛ ਕੇ ਦੇਖ ਸਕਦੇ ਹੋ ਤੁਸੀਂ। ਲੇਕਿਨ ਸਾਡਾ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਸਾਡਾ ਬਹੁਤ ਸਾਥ ਦੇ ਰਿਹਾ, ਸਰਕਾਰ ਸਾਡੀ ਬਹੁਤ ਸਾਥ ਦੇ ਰਹੀ। ਅੱਜ ਤੱਕ ਜਿੰਨੇ ਵਾਰ ਵੀ ਅਸੀਂ, ਜੇ ਅੱਜ ਕਦੇ ਵੀ ਸਪੀਕਰ ਸਾਹਿਬ ਨੂੰ ਫੋਨ ਕਰਦੇ ਆ, ਅੱਧੀ ਘੰਟੀ ਤੋਂ ਪਹਿਲਾਂ ਸਾਡਾ ਫੋਨ ਸੁਣਦੇ ਆ, ਸਾਡੇ ਹਰ ਪ੍ਰੋਗਰਾਮ ਤੇ ਆਉਂਦੇ ਆ, ਸਾਡੀ ਪਾਠਸ਼ਾਲਾ ਨਾਲ ਜੁੜੇ ਹੋਏ ਆ। ਸਾਡੀ ਪਾਠਸ਼ਾਲਾ ਨੂੰ ਪਿੱਛੇ 5 ਲੱਖ ਰੁਪਇਆ ਉਹ ਦੇ ਕੇ ਵੀ ਗਏ ਆ, ਇੱਕ ਬੱਚੇ ਦੀ ਉਹਨਾਂ ਨੇ ਸਾਲ ਦੀ ਫੀਸਾਂ ਵੀ ਭਰੀਆਂ, ਜੋ ਵੀ ਬੱਚਿਆਂ ਵਾਸਤੇ ਸਪੋਰਟ ਦਿੰਦੇ ਆ, ਪੂਰਾ ਉਹਨਾਂ ਦਾ ਸਾਥ ਹੈ।
ਲੇਕਿਨ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿਉਂਕਿ ਅਸੀਂ ਕਦੇ ਅਹੁਦਾ ਕਦੇ ਕੋਈ ਮੰਗਿਆ ਨਹੀਂ। ਜਿਹੜੇ ਲੋਕ ਜਿਵੇਂ ਕਾਂਗਰਸ ਛੱਡ ਕੇ ਆਏ ਆ ਉਹਨਾਂ ਨੂੰ ਅਹੁਦੇ ਮਿਲ ਗਏ, ਜਿਹੜੇ ਇਨੈਲੋ ਛੱਡ ਕੇ ਆਏ ਆ ਉਹਨਾਂ ਨੂੰ ਅਹੁਦੇ ਮਿਲ ਗਏ, ਜਿਹੜੇ ਆ ਕੇ ਡਿਬੇਟ ਦੇ ਉੱਤੇ ਮਾੜਿਆਂ ਚੰਗੇ ਸ਼ਬਦ ਬੋਲਦੇ ਰਹੇ ਆ ਉਹ ਇਸ ਟਾਈਮ ਮੌਜਾਂ ਕਰ ਰਹੇ ਆ। ਪਰ ਰਾਜਨੀਤਿਕ ਤੌਰ ਦੇ ਉੱਤੇ ਅੱਜ ਇਹ ਮਹਿਸੂਸ ਹੋ ਰਿਹਾ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਦਾਂ ਦਾ ਮਹਿਸੂਸ ਹੋ ਰਿਹਾ ਕਿ ਕੋਈ ਸਾਡਾ ਗਲਤ ਹੋਇਆ, ਪਰ ਸਾਨੂੰ ਇਹ ਲੱਗ ਰਿਹਾ ਕਿ ਕਿਸੇ ਤੇ ਦਿਖ ਰਿਹਾ ਕਿ ਇਸਤੇਮਾਲ ਹੋ ਰਹੇ ਆ ਅਸੀਂ। ਮੈਂ ਤੁਹਾਡੇ ਤੋਂ ਇੱਕ ਗੱਲ ਜਾਨਣਾ ਚਾਹੁੰਦਾ, ਕਹਿੰਦੇ ਬੀਜੇਪੀ ਦੇ ਵਿੱਚ ਡਿਸਿਪਲਿਨ ਸਭ ਤੋਂ ਵੱਧ ਹੈ, ਡਿਸਿਪਲਿਨ ਰੱਖਿਆ ਜਾਂਦਾ ਹੈ ਔਰ ਆਪਣੇ ਵਰਕਰ ਦੀ ਇੱਜ਼ਤ ਕੀਤੀ ਜਾਂਦੀ ਹੈ, ਆਪਣੇ ਵਰਕਰ ਦਾ ਸਨਮਾਨ ਕੀਤਾ ਜਾਂਦਾ ਹੈ। ਕਿ ਵਫਾਦਾਰ ਵਰਕਰ ਦਾ ਸਨਮਾਨ ਨਹੀਂ ਹੋ ਪਾ ਰਿਹਾ ਹੈ, ਵਫਾਦਾਰ ਵਰਕਰ ਨੂੰ ਉਹ ਅਹੁਦਾ ਨਹੀਂ ਮਿਲ ਪਾ ਰਿਹਾ ਜਿਸ ਦੇ ਲਈ ਉਹ ਕੈਪੇਬਲ ਹੈ ਔਰ ਆ ਵੀ ਸਕਦਾ ਔਰ ਸਮਾਜ ਦੇ ਵਿੱਚ ਵਿਚਰਨਾ ਵੀ ਉਹਦਾ ਸਹੀ ਹੈ। ਕੀ ਲੱਗਦਾ ਹੈ ਕਿ ਬੀਜੇਪੀ ਉਹਨੂੰ ਕਿਤੇ ਨਾ ਕਿਤੇ ਪਿੱਛੇ ਕਰ ਰਹੀ ਹੈ ਉਸ ਵਰਕਰ ਨੂੰ, ਕਿਉਂਕਿ ਨੇੜਤਾ ਤੁਸੀਂ ਕਹਿੰਦੇ ਹੋ ਕਿ ਪ੍ਰਧਾਨ ਮੰਤਰੀ ਤੱਕ ਦੀ ਮੁਲਾਕਾਤ ਤੁਹਾਡੀ ਹੁੰਦੀ ਹੈ, ਅਮਿਤ ਸ਼ਾਹ ਤੱਕ ਤੁਹਾਡੀ ਮੁਲਾਕਾਤ ਹੁੰਦੀ ਹੈ, ਕਦੀ ਮਿਲਦੇ ਹੋ ਤੁਸੀਂ, ਨੇੜਤਾ ਰਹਿੰਦੀ ਕਿਤੇ ਨਾ ਕਿਤੇ, ਭਾਵੇਂ ਉਹ ਸਮਾਜ ਸੇਵਕ ਦੇ ਰਿਲੇਟਿਵ ਰਵੇ। ਲੱਗਦਾ ਨਹੀਂ ਕਿ ਸਮਾਜ ਸੇਵਕ ਨੂੰ ਅੱਗੇ ਲੈ ਕੇ ਆਉਣਾ ਬੀਜੇਪੀ ਦੇ ਲਈ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ? ਨਹੀਂ, ਐਜ਼ ਏ ਸਮਾਜ ਸੇਵੀ ਤਾਂ ਦੇਖੋ ਮੇਰੀ ਉਹ ਪੂਰੀ ਸਹਾਇਤਾ ਕਰਦੇ ਆ, ਮੇਰੀ ਹਰ ਗੱਲ ਸੁਣਦੇ ਆ, ਜਿੱਦਾਂ ਹੀ ਮੈਂ ਕਹਿੰਦਾ ਸਾਰਾ ਕੁਝ ਹੁੰਦਾ ਵਾ, ਕਿਉਂਕਿ ਅਸੀਂ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕਦੇ ਲਿੱਤੀ ਅਸੀਂ ਐਜ਼ ਏ ਸਮਾਜ ਸੇਵੀ। ਬਟ ਸਿਰਫ ਮਹਿਸੂਸ ਇਹ ਹੋ ਰਿਹਾ, ਐਸੀ ਗੱਲ ਨਹੀਂ ਹੈ ਕਿ ਸਮਾਜ ਸੇਵੀ ਨੂੰ ਅੱਗੇ ਨਹੀਂ ਆਉਣ ਦੇ ਰਹੇ, ਸਭ ਕੁਝ ਠੀਕ ਹੈ, ਲੇਕਿਨ ਕਿਸੇ ਤਰ੍ਹਾਂ ਦੀ ਅਗਰ ਸਾਡੀ ਕਿਤੇ ਸੇਵਾ ਲਿੱਤੀ ਜਾ ਸਕਦੀ ਰਾਜਨੀਤਿਕ ਤੌਰ ਤੇ, ਉਹ ਇਹ ਮਹਿਸੂਸ ਹੋ ਰਿਹਾ ਵੀ ਜਦੋਂ ਜ਼ਰੂਰਤ ਪੈਂਦੀ ਹੈ ਸਿਰਫ ਉਦੋਂ ਹੀ ਲਿੱਤੀ ਜਾਂਦੀ ਹੈ, ਅਦਰਵਾਈਜ਼ ਨਹੀਂ ਲਿੱਤੀ ਜਾਂਦੀ। ਅਸੀਂ ਤਾਂ ਸੇਵਾ ਕਰਨ ਨੂੰ ਤਿਆਰ ਬੈਠੇ ਹਾਂ, ਅਸੀਂ ਕੋਈ ਪਿੱਛੇ ਨਹੀਂ ਹਟ ਰਹੇ, ਲੇਕਿਨ ਥੋੜਾ ਜਿਹਾ ਇਹ ਮਹਿਸੂਸ ਹੋ ਰਿਹਾ ਜੋ ਮੇਰੇ ਮੈਂਬਰਸ ਵੀ ਸਾਰੇ ਕਹਿੰਦੇ ਆ। ਮੈਂ ਅੱਜ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਉਹਨਾਂ ਨੂੰ ਜਵਾਬ ਕੀ ਦੇਵਾਂ। ਅਗਰ ਕੋਈ ਵੀ ਛੋਟਾ ਜਿਹਾ ਕੰਮ ਹੁੰਦਾ ਵਾ, ਉਹ ਛੋਟੇ ਕੰਮ ਲਈ ਨਾ, ਜਿਵੇਂ ਕਹਿੰਦੇ ਨਾ ਐਕਚੁਅਲੀ ਲੀੜੀਆਂ ਨਿਕਾਲਣੀਆਂ ਪੈ ਜਾਂਦੀਆਂ, ਤਾਂ ਫਿਰ ਉਹ ਕਹਿੰਦੇ ਆ ਕਿ ਥਾਪਰ ਸਾਹਿਬ ਤੁਸੀਂ ਵੀ ਅੱਗੇ ਆਓ ਆ ਕੇ ਦੇਖੀਏ ਆਪਾਂ ਜਿਹੜੀਆਂ ਚੀਜ਼ਾਂ ਪਹਿਲਾਂ ਤੁਹਾਨੂੰ ਕੰਮ ਜਿਹੜੇ ਲੋਕਾਂ ਦੇ ਅੱਗੇ ਹੱਥ ਜੋੜ ਕੇ ਗੋਡੇ ਘਸਾ ਕੇ ਕਰਨੇ ਪੈਂਦੇ ਆ, ਫਿਰ ਅਸੀਂ ਆਪਣੇ ਡਾਇਰੈਕਟ ਕਰਾ ਸਕਦੇ ਹਾਂ। ਇਹ ਸਿਰਫ ਥੋੜਾ ਜਿਹਾ ਚੀਜ਼ ਹੈ, ਬਾਕੀ ਸਾਨੂੰ ਸਪੋਰਟ ਉਹਨਾਂ ਦੀ ਪੂਰੀ ਹੈ, ਸਾਡੀ ਪੂਰੀ ਸੁਣਦੇ ਆ, ਪੂਰਾ ਪਿਆਰ ਹੈ, ਕਿਉਂਕਿ ਮੈਂ ਇਹ ਸੋਚ ਨਹੀਂ ਸਕਦਾ ਬੀਜੇਪੀ ਤੋਂ ਇਲਾਵਾ ਕੁਝ ਵੀ। ਇਸ ਕਰਕੇ ਮੈਂ ਬੀਜੇਪੀ ਲਈ ਕੁਝ ਨਹੀਂ ਕਹਿ ਸਕਦਾ, ਕਿਉਂਕਿ ਸਾਡੇ ਫੇਵਰਟ ਹੈ ਨਰਿੰਦਰ ਮੋਦੀ ਜੀ, ਉਹ ਰਹਿਣਗੇ ਵੀ, ਉਹਨਾਂ ਦੀ ਦਸੀਆਂ ਹੋਈਆਂ ਚੀਜ਼ਾਂ ਤੇ ਅਸੀਂ ਚੱਲਦੇ ਹਾਂ, ਬਿਲਕੁਲ ਉਹੀ ਚੀਜ਼ਾਂ ਕਰਦੇ ਹਾਂ। ਹਰ ਵਰਗ ਦੇ ਲੋਕਾਂ ਨੂੰ ਅਸੀਂ ਪਿਆਰ ਕਰਦੇ ਹਾਂ, ਹਰ ਵਰਗ ਲਈ ਅਸੀਂ ਤਿਆਰ ਖੜੇ ਹਾਂ ਕਿ ਤੁਸੀਂ ਕਾਗਜ਼ ਪੈਨ ਲੈ ਕੇ ਕਿਸੇ ਤਰ੍ਹਾਂ ਦੀ ਚੈਰਿਟੀ ਲਿਖ ਲਓ, ਉਹ ਸ਼ਿਰਡੀ ਸਾਈਂ ਸੇਵਾ ਸਮਾਜ ਨੇ ਕੀਤੀ ਹੋਈ ਹੈ, ਅਸੀਂ ਕਿਸੇ ਚੀਜ਼ ਤੋਂ ਪਿੱਛੇ ਨਹੀਂ ਹਟਦੇ। ਥਾਪਰ ਸਾਹਿਬ, ਪਦਮ ਸ਼੍ਰੀ ਦਾ ਜਿੱਦਾਂ ਸਵਾਲ ਮੈਂ ਇਹੀ ਕਰ ਰਿਹਾ ਸੀ ਤੁਹਾਡੇ ਤੋਂ ਕਿ ਪਦਮ ਸ਼੍ਰੀ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਮੇਰੀ ਮੁੱਖ ਮੰਤਰੀ ਦੇ ਨਾਲ ਵੀ ਨੇੜਤਾ ਹੈ, ਸਮਾਜ ਸੇਵਾ ਦੇ ਵਿੱਚ ਆਉਂਦੇ ਵੀ ਹੈਗੇ ਨੇ, ਮੇਰੀ ਪਾਠਸ਼ਾਲਾ ਦੇ ਵਿੱਚ ਵੀ ਆਉਂਦੇ ਨੇ, ਵਿਧਾਨ ਸਭਾ ਦੇ ਸਪੀਕਰ ਵੀ ਆਉਂਦੇ ਨੇ, ਬੀਜੇਪੀ ਦੀ ਨਰਿੰਦਰ ਮੋਦੀ ਦੀ ਤੁਸੀਂ ਤਾਰੀਫ ਵੀ ਕਰਦੇ ਹੋ ਕਿਤੇ ਨਾ ਕਿਤੇ। ਫਿਰ ਲੱਗਦਾ ਕੀ ਹੈ, ਲਾਭ ਕੌਣ ਲੈ ਰਿਹਾ? ਕਿ ਮੁੱਖ ਮੰਤਰੀ ਲਾਭ ਲੈ ਰਹੇ ਨੇ ਤੁਹਾਡੀ ਸਮਾਜ ਸੇਵਾ ਦਾ? ਕਿਉਂਕਿ ਪਦਮ ਸ਼੍ਰੀ ਦੇ ਵਿੱਚ ਤੇ ਮੁੱਖ ਮੰਤਰੀ ਦਾ ਇੱਕ ਅਹਿਮ ਰੋਲ ਰਹਿੰਦਾ, ਸਪੀਕਰ ਦਾ ਇੱਕ ਅਹਿਮ ਰੋਲ ਰਹਿੰਦਾ, ਕਿ ਇਹ ਦੋਨੋਂ ਅਹਿਮ ਰੋਲ ਆਪਣਾ ਨਿਭਾ ਸਕਦੇ ਸੀਗੇ। ਕਿ ਆਪਣਾ ਲਾਭ ਲੈ ਰਹੇ ਨੇ, ਸਿਆਸੀ ਲਾਭ ਲੈ ਰਹੇ ਨੇ ਮੁੱਖ ਮੰਤਰੀ, ਤੇ ਜਿਹੜੇ ਮੌਜੂਦਾ ਵਿਧਾਇਕ ਹੋਣ ਉਹ ਸਪੀਕਰ ਵੀ ਨੇ? ਨਹੀਂ, ਜਿੱਦਾਂ ਹੁਣ ਇਸ ਵਾਰ ਆਇਆ ਸੀਗਾ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੀ ਆਮ ਨਾਗਰਿਕ ਹੈ ਜਿਹੜੇ ਸੇਵਾ ਕਰਦੇ ਆ ਅਸੀਂ ਉਹਨਾਂ ਨੂੰ ਪਦਮ ਸ਼੍ਰੀ ਦੇਣਾ, ਤੇ ਮੈਨੂੰ ਵੀ ਆਇਆ ਸੀਗਾ, ਮੈਨੂੰ ਮੈਸੇਜ ਵੀ ਆਇਆ ਸੀ, ਫੋਨ ਵੀ ਆਇਆ ਸੀ ਵੀ ਤੁਸੀਂ ਅਪਲਾਈ ਕਰੋ, ਅਲੱਗ-ਅਲੱਗ ਲੋਕਾਂ ਨੇ ਕਿਹਾ, ਪਰ ਮੈਂ ਪਹਿਲਾਂ ਕੀਤਾ ਸੀ ਅਪਲਾਈ। ਉਹ ਇਹ ਐਕਚੁਅਲੀ ਚੈਨਲ ਬੜੇ ਡਿਫਰੈਂਟ ਹੈ ਜਿੱਦਾਂ ਅਸੀਂ ਕੀਤਾ। ਅਗਰ ਸਟਰੋਂਗਲੀ ਅਗਰ ਸਰਕਾਰ ਨੂੰ ਮਹਿਸੂਸ ਹੋ ਰਿਹਾ ਕਿ ਮੈਂ ਇੰਨੇ ਕੰਮ ਕਰ ਰਿਹਾ ਜਾਂ ਮੇਰੀ ਕੰਮ ਦੀ ਕਾਬਲੀਅਤ ਹੈ, ਔਰ ਮੈਂ ਇਹ ਨਹੀਂ ਚਾਹੁੰਦਾ ਵੀ ਕੋਈ ਫੇਵਰ ਲਿੱਤੀ ਜਾਵੇ ਕਿਸੇ ਕੋਲੋਂ। ਅਗਰ ਇਹ ਜੈਨੂਅਨ ਹੈ ਕੋਈ ਗੱਲ ਨਹੀਂ, ਅਗਲੇ ਸਾਲ ਕਿਹੜਾ ਦੁਬਾਰਾ ਪਦਮ ਸ਼੍ਰੀ ਨਹੀਂ ਆਣਾ, ਤੇ ਮੈਂ ਸਰਕਾਰ ਨੂੰ ਵੀ ਰਿਕੁਐਸਟ ਕਰੂੰਗਾ, ਸੀਐਮ ਸਾਹਿਬ ਨੂੰ ਵੀ ਰਿਕੁਐਸਟ ਕਰੂੰਗਾ ਕਿ ਅਗਰ ਮੈਂ ਡਿਜ਼ਰਵ ਕਰਦਾ ਔਰ ਤੁਹਾਨੂੰ ਮੇਰੇ ਕੰਮ ਠੀਕ ਲੱਗਦੇ ਆ ਤੇ ਜ਼ਰੂਰ ਉਹਨਾਂ ਨੂੰ ਹੌਸਲਾ ਵਧੇਗਾ ਸਾਡਾ। ਔਰ ਲੱਗਦਾ ਨਹੀਂ ਕਿਤੇ ਇੱਕ ਪੰਜਾਬੀ 'ਚ ਸ਼ਬਦ ਕਹਿੰਦੇ ਧੱਕਾ, ਕਿਤੇ ਅਨਿਲ ਥਾਪਰ ਦੇ ਨਾਲ ਧੱਕਾ ਤੇ ਨਹੀਂ ਹੋ ਰਿਹਾ? ਕਿਉਂਕਿ ਪਹਿਲਾਂ ਮੇੜ ਦੀ ਟਿਕਟ ਦੇ ਵਿੱਚ ਬਿਠਾ ਦੇਣਾ ਅਨਿਲ ਥਾਪਰ ਨੂੰ, ਉਸ ਤੋਂ ਬਾਅਦ ਪੋਲੀਟੀਕਲ ਕੋਈ ਸਪੋਰਟ ਨਹੀਂ ਕਰਨਾ ਵਫਾਦਾਰ ਸਿਪਾਹੀ ਨੂੰ। ਲੱਗਦਾ ਨਹੀਂ ਕਿ ਅਨਿਲ ਥਾਪਰ ਨਾਲ ਧੱਕਾ ਹੋ ਰਿਹਾ? ਕਿਉਂਕਿ ਸਰਕਾਰ ਤੇ ਡਟ ਕੇ ਸਟੈਂਡ ਲੈ ਸਕਦੀ ਸੀ ਕਿ ਪਦਮ ਸ਼੍ਰੀ ਦੇ ਵਿੱਚ ਨਾਮ ਭੇਜੋ ਅਨਿਲ ਥਾਪਰ ਦਾ, ਜ਼ਿਕਰ ਸਮਾਜ ਸੇਵਾ ਕਰਦੇ ਨੇ, ਕਿਉਂਕਿ ਲਾਭ ਕਰਦੇ ਨੇ, ਤੁਸੀਂ ਲੰਗਰਾਂ ਭੇਜਦੇ ਹੋ, ਰੈਲੀਆਂ ਦੇ ਵਿੱਚ ਜਾਂ ਭਾਵੇਂ ਉਹਨਾਂ ਦੀ ਸਮਾਜ ਸੇਵਾ ਦੇ ਵਿੱਚ ਮਦਦ ਕਰਦੇ ਹੋ। ਲੱਗਦਾ ਨਹੀਂ ਸੀਗਾ ਕਿ ਇਹਦੇ ਵਿੱਚ ਸਰਕਾਰ ਦਾ ਇੱਕ ਅਹਿਮ ਰੋਲ ਹੈ, ਮੁੱਖ ਮੰਤਰੀ ਦਾ ਇੱਕ ਅਹਿਮ ਰੋਲ ਹੈ, ਖੱਟਰ ਸਾਹਿਬ ਨੂੰ ਖੜਨਾ ਚਾਹੀਦਾ ਸੀ? ਨਹੀਂ, ਹੋ ਸਕਦਾ ਹੈ ਕਿ ਮੇਰੀਆਂ ਮੁਲਾਕਾਤ ਇਹਨਾਂ ਨਾਲ ਘੱਟ ਹੋਈਆਂ, ਜਾਂ ਹੋ ਸਕਦਾ ਹੈ ਸੀਐਮ ਸਾਹਿਬ ਤੱਕ ਮੈਸੇਜ ਹੀ ਨਾ ਗਿਆ ਹੋਵੇ, ਕਿਉਂਕਿ ਮੈਂ ਪਰਸਨਲੀ ਕਦੇ ਸੀਐਮ ਸਾਹਿਬ ਆਫਿਸ ਗਿਆ ਹੀ ਨਹੀਂ, ਮੈਨੂੰ ਕਦੇ ਉੱਥੇ ਬੁਲਾਇਆ ਹੀ ਨਹੀਂ ਗਿਆ। ਇਹ ਹੋ ਸਕਦਾ ਹੈ ਵੀ ਕੋਈ ਚੈਨਲ 'ਚ ਹੀ ਕਮੀ ਰਹਿ ਗਈ ਹੋਵੇ। ਬਟ ਇਹ ਹੈ ਵੀ ਹੁਣ ਜਦੋਂ ਅਗਲੇ ਸਾਲ ਹੁਣ ਜਦੋਂ ਦੁਬਾਰਾ ਆਉਣਾ ਵੈ ਤੇ ਮੈਂ ਜ਼ਰੂਰ ਅਪਲਾਈ ਕਰਾਂਗਾ, ਔਰ ਮੈਂ ਉਮੀਦ ਕਰਾਂਗਾ ਕਿ ਸਪੀਕਰ ਸਾਹਿਬ ਔਰ ਸੀਐਮ ਸਾਹਿਬ ਮੇਰਾ ਸਾਥ ਦੇਣਗੇ। ਅਗਰ ਮੈਂ ਡਿਜ਼ਰਵ ਕਰਦਾ ਤੇ ਜ਼ਰੂਰ
ਮੇਰਾ ਨਾਮ ਰਿਕਮੈਂਡ ਕਰਨਗੇ। ਬਾਕੀ ਮੰਦਿਰ ਵਾਲੀ ਜਗ੍ਹਾ ਦੇਖੋ ਥੋੜਾ ਜਿਹਾ ਮਹਿਸੂਸ ਤਾਂ ਦੇਖੋ ਮੈਂ ਤਾਂ ਕੀ ਕਰਨਾ ਮੈਂ ਕਿਉਂਕਿ ਫਿਰ ਬਾਰ-ਬਾਰ ਕਹਿ ਰਿਹਾ ਮੈਂ ਇੱਕ ਵਫਾਦਾਰ ਸਿਪਾਹੀ ਹਾਂ ਬੀਜੇਪੀ ਦਾ, ਤੇ ਇਸ ਕਰਕੇ ਮੈਂ ਬੀਜੇਪੀ ਤੋਂ ਅਲੱਗ ਤਾਂ ਕੁਛ ਚੀਜ਼ ਨਹੀਂ ਸੋਚ ਸਕਦਾ। ਪਰ ਅੰਦਰੋਂ ਇਹ ਮਹਿਸੂਸ ਜ਼ਰੂਰ ਹੁੰਦਾ ਵੀ ਜਿਹੜੇ ਸਾਡੇ 2-3 ਕੰਮ ਹੈਗੇ ਆ, ਅਸੀਂ ਹੋਰ ਕੋਈ ਕੰਮ ਹੀ ਨਹੀਂ ਕਹੇ। ਅਸੀਂ ਮੰਦਿਰ ਅਗਰ ਕਿਹਾ ਵੈ ਤੇ ਮੰਦਿਰ ਅਸੀਂ ਪੈਸੇ ਦੇ ਕੇ ਲੈਣਾ, ਪੂਰੇ ਪੈਸੇ ਦੇ ਕੇ ਲੈਣਾ, ਜੋ ਇਹਨਾਂ ਦੀ ਟਰਮਸ ਕੰਡੀਸ਼ਨ ਹੈ ਉਹ ਮੰਨ ਕੇ ਲੈਣਾ, ਜੇ ਡਿਜ਼ਰਵ ਕਰਦੇ ਆ ਤਾਂ ਲੈਣਾ। ਐਸੇ ਲੋਕ ਲੈ ਗਏ ਜਿਨ੍ਹਾਂ ਦੇ ਕੇਸ ਚੱਲਦੇ ਪਏ, ਜਿਹੜੇ ਅੰਦਰ ਬੈਠੇ ਆ ਉਹਨਾਂ ਨੂੰ ਕੋਈ ਇਹੋ ਜਿਹਾ ਤੁਸੀਂ ਕਹਿੰਦੇ ਹੋ ਐਸੇ ਲੋਕ ਲੈ ਗਏ, ਕੋਈ ਭਾਵੇਂ ਉਹ ਲਾਡਲੇ ਹੁਣ ਤੁਸੀਂ ਵੇਖਿਆ ਹੁਣ ਨੇੜੇ ਤੇੜੇ ਵਾਲੇ ਲੋਕ ਹੁਣ ਕਹਿੰਦੇ ਆਪਣੇ ਵਾਲਿਆਂ ਨੂੰ ਲਾਭ ਦੇ ਰਹੇ ਨੇ। ਨਹੀਂ ਦੇਖੋ ਉਹ ਤਾਂ ਹਰ ਜਗ੍ਹਾ ਤੇ ਹੁੰਦਾ ਜੀ, ਉਹ ਹਰ ਜਗ੍ਹਾ ਤੇ ਹੁੰਦਾ। ਐਵੇਂ ਅਸੀਂ ਸਾਨੂੰ ਐਵੇਂ ਕਿਸੇ ਨੂੰ ਆਪਾਂ ਕਿਸੇ ਦਾ ਨਾਮ ਲੈ ਲਈਏ ਉਹ ਅੱਛੀ ਗੱਲ ਨਹੀਂ ਹੋਏਗੀ। ਬਟ ਇਹ ਹੈ ਵੀ ਸਾਨੂੰ ਜਿੱਥੇ ਤੱਕ ਆਪਣਾ ਮਹਿਸੂਸ ਹੋ ਰਿਹਾ, ਮੇਰੇ ਲੋਕ ਅੱਜ ਮੈਨੂੰ ਪੁੱਛਦੇ ਆ ਦਾਬਰ ਸਾਹਿਬ ਆਪਾਂ ਲੋਕ ਇੰਨੇ ਅੱਛੇ ਮੈਂ ਇੱਕ ਇਸ਼ਾਰਾ ਕਰਦਾ ਕਿ ਅੱਜ ਆਪਾਂ ਇਦਾਂ ਕਰਨਾ, ਉਹ ਕਹਿੰਦੇ ਅੱਛਾ ਇਦਾਂ ਕਰ ਦਿੰਦੇ ਆ। ਉਹ ਹੋਪ ਤਾਂ ਇਹੀ ਲੈ ਕੇ ਬੈਠਦੇ। ਹੁਣ ਮੈਂ ਜਾਣਾ ਮੈਂ ਮਿਲਣ ਲਈ ਜਾਂ ਮੈਂ ਜਿੱਥੇ ਵੀ ਜਾਣਾ, ਮੈਂ ਤਾਂ ਮੇਨਲੀ ਤਾਂ ਕਿਉਂਕਿ ਅਸੀਂ ਉਹਨਾਂ ਨੂੰ ਪਿਤਾ ਸਮਾਨ ਗਿਣਦੇ ਆ ਗਿਆਨ ਜੀ ਨੂੰ, ਅਸੀਂ ਤਾਂ ਉਹਨਾਂ ਕੋਲ ਹੀ ਜਾਂਦੇ ਆ ਫਾਈਨਲ ਹੋਪ ਲੈ ਕੇ ਕਿ ਜਦੋਂ ਕਹਿ ਦਿੰਦੇ ਆ ਵੀ ਬਿਲਕੁਲ ਚਿੰਤਾ ਨਾ ਕਰੋ ਮਹੀਨੇ 'ਚ ਹੋ ਜਾਏਗਾ 2 ਮਹੀਨੇ 'ਚ ਹੋ ਜਾਏਗਾ। ਇਹ ਕਰਦੇ 2014 ਤੋਂ ਅੱਜ ਹੁਣ 27 ਅਕਤੂਬਰ ਨੂੰ ਬੀਜੇਪੀ ਨੂੰ 8 ਸਾਲ ਹੋ ਜਾਣੇ ਆ। ਹੁਣ ਸਾਡੀ ਸੰਸਥਾ ਨੇ ਧੂਮ-ਧਾਮ ਨਾਲ ਇਹ ਚੀਜ਼ਾਂ ਮਨਾਉਣੀਆਂ। ਅਸੀਂ ਨਹੀਂ ਇਹ ਵੇਟ ਕਰਨੀ ਕਿ ਬੀਜੇਪੀ ਕੀ ਕਰ ਰਹੀ ਹੈ, ਸਰਕਾਰ ਕੀ ਕਰ ਰਹੀ ਹੈ, ਉਹ ਆਪਣੇ ਲੈਵਲ ਤੇ ਕੀ ਕਰ ਰਹੇ। ਅਸੀਂ ਆਪਣਾ ਇੰਜੋਏ ਕਰਨਾ, ਅਸੀਂ ਆਪਣਾ ਪੂਰਾ ਸ਼ਹਿਰ ਦੇ ਵਿੱਚ ਵਧੀਆ ਕੰਮ ਕਰਨੇ ਆ। ਪਤਾ ਨਹੀਂ ਅਸੀਂ ਉਸ ਦਿਨ ਕੀ ਕਰ ਦੇਣਾ। ਅਸੀਂ ਗਰੀਬਾਂ ਦੇ ਖਿਡੌਣੇ ਦੇ ਲੰਗਰ ਲਾ ਦੇਣੇ, ਅਸੀਂ ਕੱਪੜੇ ਦੇ ਲੰਗਰ ਲਾ ਦੇਣੇ ਆ। ਮੇਰਾ ਕੁਝ ਨਹੀਂ ਪਤਾ, ਮੈਂ ਆਪਣੀ ਦੁਕਾਨ ਦੇ ਸਾਰੇ ਕੱਪੜੇ ਬਾਹਰ ਕੱਢ ਕੇ ਰੱਖ ਦੇਵਾਂ ਵੀ ਸਾਰੇ। ਕਿਉਂਕਿ ਸਰਕਾਰ ਨੂੰ ਜਦੋਂ ਕੋਵਿਡ ਦੇ ਵਿੱਚ ਮੈਨੂੰ ਫੋਨ ਆਇਆ ਕਿ ਇਦਾਂ ਅਸੀਂ ਮੋਦੀ ਸਾਹਿਬ ਨੇ ਕਿਹਾ ਕਿ 3 ਰੁਪਏ ਲੇਡੀਜ਼ ਨੂੰ ਦਿਓ ਤੇ ਉਹ ਬਣਵਾਓ, ਮਾਸਕ ਬਣਵਾਓ, ਤੇ ਕਰਫਿਊ ਲੱਗਿਆ ਸੀ। ਮੈਨੂੰ ਦੀਪਕ ਸ਼ਰਮਾ ਜੀ ਦਾ ਫੋਨ ਆਇਆ ਕਿ ਤਾਪਰ ਸਾਹਿਬ ਸਾਨੂੰ ਕੱਪੜਾ ਚਾਹੀਦਾ। ਉਸ ਲਈ ਉਹ ਪ੍ਰਧਾਨ ਸੀਗੇ। ਮੈਂ ਕਿਹਾ ਕੋਈ ਦਿੱਕਤ ਨਹੀਂ ਜੀ। ਮੈਂ ਆਪਣੀ ਦੁਕਾਨ ਖਲਵਾ ਕੇ ਉਸੇ ਵੇਲੇ ਮੇਰੇ ਕੋਲ 300-350 ਮੀਟਰ ਚਿੱਟਾ ਕੱਪੜਾ ਪਿਆ ਸੀ ਜਿਹੜਾ ਕਿ ਸਭ ਨਾਲੋਂ ਐਕਸਪੈਂਸਿਵ ਰੇਂਜ ਹੈ। ਆਪਾਂ ਉਸ ਵੇਲੇ ਦੇ ਦਿੱਤੀ, ਉਸ ਵੇਲੇ ਮਾਸਕ ਬਣ ਗਏ, ਮਾਸਕ ਵੰਡੇ ਗਏ। ਜੋ ਮਾਸਕ ਵੰਡੇ ਗਏ ਉੱਥੇ ਅਨਿਲ ਥਾਪਰ ਹੈ ਹੀ ਨਹੀਂ, ਮਹਿਸੂਸ ਹੁੰਦਾ ਅਨਿਲ ਥਾਪਰ ਹੈ ਨਹੀਂ। ਬਸ ਆਹ ਚੀਜ਼ ਹੈ। ਤਾਂ ਪਤਾ ਮਹਿਸੂਸ ਹੁੰਦਾ, ਤੁਸੀਂ ਕਹਿੰਦੇ ਹੋ ਕਈ ਚੀਜ਼ਾਂ ਤੇ ਮਹਿਸੂਸ ਜ਼ਰੂਰ ਹੁੰਦਾ। ਮੈਂ ਵਫਾਦਾਰ ਸਿਪਾਹੀ ਹਾਂ। ਕਦੀ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਛੱਡ ਕਮਲ ਦਾ ਫੁੱਲ ਤੇ ਕਿਤੇ ਹੋਰ ਚੱਲੀਏ, ਭਾਵੇਂ ਪੰਜੇ ਦਾ ਹੱਥ ਫੜ ਲਈਏ, ਭਾਵੇਂ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਈਏ। ਕਦੀ ਮਨ ਦੇ ਵਿੱਚ ਆਇਆ? ਨਹੀਂ, ਕਦੇ ਵੀ ਨਹੀਂ, ਬਿਲਕੁਲ ਨਹੀਂ ਆਇਆ। ਨਾ ਕਦੇ ਆਊਗਾ, ਨਾ ਮੇਰੇ ਕਦੇ ਆਊਗਾ, ਕਿਉਂਕਿ ਮੈਂ ਬੀਜੇਪੀ ਦਾ ਵਫਾਦਾਰ ਹੈ, ਬੀਜੇਪੀ ਨਾਲ ਹੀ ਵਫਾਦਾਰ ਰਹਾਂਗਾ। ਕਿਉਂਕਿ ਮੇਰਾ ਜਨਮ ਹੀ ਜਨਸੰਘ 'ਚ ਹੋਇਆ ਜੀ। ਮੈਂ ਅਟਲ ਬਿਹਾਰੀ ਵਾਜਪੇਈ ਜੀ ਦੇ ਨਾਲ, ਆਪਣੇ ਫਾਦਰ ਦੇ ਨਾਲ ਦਿਰੇਸੀ ਗਰਾਊਂਡ ਲੁਧਿਆਣੇ 'ਚ ਸਟੇਜ ਸ਼ੇਅਰ ਕੀਤੀ ਹੋਈ ਹੈ। ਐਸਾ ਗੱਲ ਨਹੀਂ ਹੈ। ਤੇ ਲੇਕਿਨ ਇਹ ਹੈ ਕਿ ਥੋੜਾ ਜਿਹਾ ਮਹਿਸੂਸ ਇਹ ਜ਼ਰੂਰ ਹੋ ਰਿਹਾ। ਮੈਂ ਹੱਥ ਜੋੜ ਕੇ ਮਾਫੀ ਮੰਗ ਕੇ ਕਹਿ ਰਿਹਾ ਕਿ ਅਸੀਂ ਸਭ ਦੀ ਬਹੁਤ ਇੱਜ਼ਤ ਕਰਦੇ ਹਾਂ, ਪਰ ਥੋੜਾ ਜਿਹਾ ਅਸੀਂ ਜੋ ਡਿਜ਼ਰਵ ਕਰਦੇ ਹਾਂ ਨਾ, ਸਾਨੂੰ ਉਹ ਦਿੱਤਾ ਨਹੀਂ ਜਾ ਰਿਹਾ। ਅਸੀਂ ਕੋਈ ਰਾਜਨੀਤਿਕ ਇਹਨਾਂ ਕੋਲੋਂ ਅਹੁਦਾ ਨਹੀਂ ਮੰਗਦੇ, ਕਦੇ ਕੁਝ ਨਹੀਂ ਕਹਿ ਰਹੇ, ਸਿਰਫ ਇਹ ਚੀਜ਼ਾਂ ਮੰਗਦੇ ਹਾਂ। ਇੱਕ ਰਿਸਪੈਕਟ ਹੁੰਦੀ। ਦੇਖੋ ਕਦੇ ਅਸੀਂ ਵੀ ਉਮੀਦ ਕਰਾਂਗੇ ਕਿ ਹਰਿਆਣਾ ਸਰਕਾਰ ਸਾਨੂੰ ਐਪਰੀਸ਼ੀਏਟ ਕਰੇ, ਕਦੇ ਅਸੀਂ ਵੀ ਉਮੀਦ ਕਰਾਂਗੇ ਕਿ ਸਾਨੂੰ ਕਦੇ ਜਿਹੜੇ ਇੰਨੇ ਅਵਾਰਡ ਵੰਡੇ ਜਾਂਦੇ ਆ ਹਰਿਆਣਾ ਸਰਕਾਰ ਵੱਲੋਂ ਵੀ ਸਾਨੂੰ ਕਦੇ ਐਪਰੀਸ਼ੀਏਟ ਕੀਤਾ ਜਾਵੇ। ਉਹ ਚੀਜ਼ਾਂ ਦੀ ਥੋੜੀ ਜੀ ਉਹ ਘਾਟ ਮਹਿਸੂਸ ਹੁੰਦੀ ਹੈ। ਤੇ ਲੋਕਾਂ ਨੂੰ ਅਸੀਂ ਜਿਹੜੇ ਮੈਂਬਰ ਜੁੜੇ ਹੋਏ ਆ, ਜਿਹੜੇ ਸਾਡੀ ਇੱਕ ਗੱਲ ਮੰਨ ਕੇ ਜੇ ਅਸੀਂ ਕਹਿੰਦੇ ਆ ਵੀ ਚਲੋ ਐ ਨਹੀਂ ਐ ਕਰ ਲਓ, ਉਹ ਤਿਆਰ ਹੋ ਜਾਂਦੇ ਆ। ਠੀਕ ਹੈ। ਤੇ ਉਸ ਚੀਜ਼ ਲਈ ਉਹਨਾਂ ਨੂੰ ਜਵਾਬ ਦੇਣਾ ਸਾਨੂੰ ਔਖਾ ਪੈ ਜਾਂਦਾ ਵੀ ਆਪਣਾ ਜਿਹੜੇ 2-3 ਜਿਹੜੇ ਜ਼ਰੂਰੀ ਕੰਮ ਹੈਗੇ ਆ, ਜਿਹੜੇ ਕਿ ਅਸੀਂ ਐਸੀ ਕੋਈ ਚੀਜ਼ ਹੀ ਨਹੀਂ ਮੰਗੀ ਹੋਈ। ਅਸੀਂ ਕੋਈ ਅੱਜ ਤੱਕ ਕਿਸੇ ਦੀ ਨੌਕਰੀ ਨਹੀਂ ਮੰਗੀ, ਅੱਜ ਤੱਕ ਕਿਸੇ ਬੱਚੇ ਦੀ ਐਡਮਿਸ਼ਨ ਨਹੀਂ ਮੰਗੀ, ਕੁਝ ਨਹੀਂ ਕਿਹਾ। ਅੱਜ ਤਾਂ ਲੋਕਾਂ ਨੂੰ ਬੱਚਿਆਂ ਤੋਂ ਉਲਟਾ ਪੜ੍ਹਾਉਂਦੇ ਆ ਅਸੀਂ ਫ੍ਰੀ ਦੇ ਵਿੱਚ। ਸਿਰਫ ਇੱਕੋ ਹੀ ਰਿਕੁਐਸਟ ਹੈ ਵੀ ਅਗਰ ਤੁਹਾਨੂੰ ਇਹ ਮਹਿਸੂਸ ਹੁੰਦਾ, ਕਮ ਸੇ ਕਮ ਜੋ ਅਸੀਂ ਰਿਸਪੈਕਟ ਜਾਂ ਜੋ ਅਸੀਂ ਥੋੜੀ ਬਹੁਤੀ ਚੀਜ਼ ਸਾਡੀ ਡਿਜ਼ਰਵ ਕਰਦੇ ਹਾਂ, ਉਹ ਸਾਨੂੰ ਜ਼ਰੂਰ ਦਿੱਤੀ ਜਾਵੇ। ਹੁਣ ਅਗਲੀ ਰਣਨੀਤੀਆਂ ਕੀ ਨੇ? ਸਮਾਜ ਸੇਵਾ ਤੇ ਚੱਲ ਰਹੀ ਹੈ, ਉਹਦੇ ਨਾਲ ਸਿਆਸੀ ਰਣਨੀਤੀਆਂ ਕਹੀਏ ਤੇ ਕੁਝ ਹੈ ਅੱਗੇ ਪਲਾਨ ਕੋਈ? ਨਹੀਂ ਦੇਖੋ, ਜਦੋਂ ਪਿਛਲੀ ਵਾਰ ਮੇਅਰ ਦੇ ਇਲੈਕਸ਼ਨ ਸੀ ਉਸ ਦੇ ਦੌਰਾਨ ਜੋ ਹੋਇਆ, ਜਿੱਦਾਂ ਜੋ ਵਾਪਰਿਆ ਉਹ ਦੇਖਿਆ। ਪਰ ਉਸ ਚੀਜ਼ਾਂ ਤੋਂ ਆ 2-3 ਸਾਲਾਂ ਦੇ ਵਿੱਚ ਕਈ ਕੁਝ ਸਿੱਖਣ ਨੂੰ ਵੀ ਮਿਲਿਆ, ਇੰਨਾ ਕੁਝ ਸਿੱਖਣ ਨੂੰ ਮਿਲਿਆ। ਹੁਣ ਜਿੱਦਾਂ ਮੇਰੀ ਸਮਾਜ ਜਾਂ ਮੇਰੇ ਲੋਕ ਹੈ, ਹੁਣ ਅਸੀਂ ਵੀ ਆਪਣੀ ਸਲਾਹ ਕਰਾਂਗੇ ਤੇ ਬਾਕੀ ਮਿਲਾਂਗੇ ਸਾਰਿਆਂ ਨੂੰ। ਜਿੱਦਾਂ ਅਗਲਾ ਹੁਕਮ ਹੋਏਗਾ ਉਦਾਂ ਦੇਖਾਂਗੇ ਜੀ। ਬਾਕੀ ਮੇਰਾ ਤਾਂ ਦ੍ਰਿੜ ਸੰਕਲਪ ਹੈ ਜੀ, ਮੈਂ ਇਹ ਸ਼ਹਿਰ ਨੂੰ ਇੱਕ ਐਸਾ ਸ਼ਹਿਰ ਬਣਾਉਣਾ ਹੈ ਕਿ ਬਸ ਦੁਨੀਆ ਕਹੇ ਕਿ ਸ਼ਹਿਰ ਦੇਖਿਆ ਤੇ ਪੰਚਕੂਲਾ ਦੇਖਿਆ। ਕਿਉਂ ਅਸੀਂ ਕਿਸੇ ਤੋਂ ਪੁੱਛਣਾ ਨਹੀਂ ਜੀ, ਅੱਜ ਤਾਂ ਕੰਮ ਕਰਨ ਵਾਲੇ ਆ। ਸਾਨੂੰ ਹੁਣ ਜਿਹੜਾ ਕੰਮ ਕੋ ਅਗਲੇ 5 ਸਕਿੰਟ ਬਾਅਦ ਉਹ ਕੰਮ ਸ਼ੁਰੂ ਹੋ ਜਾਣਾ ਜੀ। ਅੱਜ ਤਾਂ ਇਦਾਂ ਦੇ ਬੰਦੇ ਆ ਜੀ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਤੇ ਬਿਲਕੁਲ ਅਨਿਲ ਥਾਪਰ ਮੇਰੇ ਨਾਲ ਮੌਜੂਦ ਸੀਗੇ। ਕਹਿੰਦੇ ਮਹਿਸੂਸ ਜ਼ਰੂਰ ਹੁੰਦਾ ਹੈ ਕਿਉਂਕਿ ਵਫਾਦਾਰ ਸਿਪਾਹੀ ਆ ਔਰ ਵਫਾਦਾਰੀ ਜਿਹੜੀ ਹੈ ਨਿਭਾਉਂਦਾ ਰਹਿੰਦਾ, ਲੇਕਿਨ ਇੱਕ ਜਗ੍ਹਾ ਤੇ ਕਦੀ ਨਾ ਕਦੀ ਮਹਿਸੂਸ ਹੁੰਦਾ ਜਦੋਂ ਮੇਰਾ ਕੋਈ ਕੰਮ ਖੜ ਜਾਂਦਾ
ਲੇਕਿਨ ਅੱਗੇ ਸਿਆਸੀ ਚਰਚਾ ਦੇ ਵਿੱਚ ਜਿਹੜੇ ਨੇ ਕਹਿੰਦੇ ਕਿ ਮੈਂ ਥੋੜਾ ਬਹੁਤਾ ਐਕਟਿਵ ਜ਼ਰੂਰ ਰਹੂੰਗਾ, ਲੇਕਿਨ ਸਮਾਜ ਸੇਵਾ ਕਰਨਾ ਮੇਰਾ ਕੰਮ ਹੈ। ਸਮਾਜ ਸੇਵਾ ਲੋਕਾਂ ਦੇ ਵਿੱਚ ਹੋਵੇਗੀ, ਲੋਕਾਂ ਦੇ ਜਿਹੜੇ ਦੁੱਖ ਦਰਦ ਨੇ ਉਹ ਦੂਰ ਜ਼ਰੂਰ ਹੋਣਗੇ। ਕੈਮਰਾਮੈਨ ਵਿਨੀ ਡੰਡਾ, ਤੁਮਪੀ ਸਿੰਘ, ਔਨ ਏਅਰ, ਚੰਡੀਗੜ੍ਹ।